ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰਮਤਿ ਵੈਦਿਕ ਪ੍ਰਣਾਲੀ ਚੈਨਲ ਤੇ ਪੋਥੀ ਪਰਮੇਸ਼ਰ ਕਾ ਥਾਨ ਵਿੱਚ ਦਰਜ ਪਹਿਲੀ ਰਚਨਾ ਜਿਸ ਦਾ ਸਿਰਲੇਖ ਜਪ ਹੈ ਉਸ ਦੀ 21ਵੀਂ ਪੌੜੀ ਦੀ ਦੂਸਰੇ ਹਿੱਸੇ ਦੀ ਵਿਚਾਰ ਲੈ ਕੇ ਹਾਜ਼ਰ ਹੋਏ ਹਾਂ। ਜੋ ਪਹਿਲੇ ਹਿੱਸੇ ਵਿੱਚ ਆਪਾਂ ਵਿਚਾਰ ਕੀਤੀ ਹੈ ਉਹ ਇਹ 4 ਪੰਕਤੀਆਂ ਦੀ ਵਿਚਾਰ ਸੀ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾਓ। ਇਹਦੀ ਵਿਸਤਾਰ ਆਪਾਂ ਕਰ ਚੁੱਕੇ ਹਾਂ, ਪਰ ਜੇ ਇਹਨੂੰ ਆਪਾਂ ਸਮਰਾਈਜ਼ ਕਰਨਾ ਹੋਵੇ, ਇਹਦੀ ਸਾਰ ਦੀ ਗੱਲ ਆਪਾਂ ਜੇ ਕਰਨੀ ਹੋਵੇ ਤੇ ਆਪਾਂ ਇੱਕ ਪੰਕਤੀ ਵਿੱਚ ਜਾਂ ਕੁਛ ਪੰਕਤੀਆਂ ਵਿੱਚ ਜਿਹਨੂੰ ਆਪਾਂ ਸੋਚੀਏ ਕਿ ਆਪਾਂ ਇਸ ਨੂੰ ਸਮਝਣਾ ਹੋਵੇ, ਫਿਰ ਆਪਾਂ ਇਹਨੂੰ ਕਿਵੇਂ ਸਮਝਾਂਗੇ, ਇਹ ਆਪਾਂ ਵਿਸਤਾਰ ਸਮਝ ਸਕਦੇ ਹਾਂ ਕਿ ਮੰਨਣਾ ਕੀ ਹੈ। ਮੰਨੇ ਨਾਉ ਸੋਈ ਜਨ ਜਾਏ। ਜੀਵ ਨੇ ਨਾਉ ਮੰਨਣਾ ਹੈ। ਨਾਉ ਔਰ ਨਾਮ ਵਿੱਚ ਅੰਤਰ ਹੈ। ਨਾਉ ਗੁਰਬਾਣੀ ਵਿੱਚ ਦਰਜ ਹੈ। ਨਾਮ ਜੋ ਹੈ ਉਹ ਪਰਮੇਸ਼ਰ ਤੋਂ ਮਿਲਦਾ ਹੈ। ਨਾਉ 2 ਪਦਾਰਥ ਲੈਣ ਲਈ ਸਹਾਇਕ ਹੁੰਦਾ ਹੈ, ਪਰ ਨਾਉ ਵੀ ਖੋਜਣਾ ਪੈਂਦਾ ਹੈ। ਜੋ ਗੁਰਬਾਣੀ 'ਚ ਆਪਾਂ ਨੂੰ ਪੰਕਤੀਆਂ ਦਰਜ ਮਿਲਦੀਆਂ ਹਨ ਉਹ ਬ੍ਰਹਮ ਗਿਆਨ ਹੈ। ਕਿਸ ਤਰ੍ਹਾਂ ਉਹ ਪੰਕਤੀ ਬ੍ਰਹਮ ਦੇ ਕਿਹੜੇ ਹਿੱਸੇ ਨੂੰ ਉਪਦੇਸ਼ ਦੇ ਰਹੀ ਹੈ, ਇਹ ਗੁਰਬਾਣੀ ਵਿੱਚ ਹੀ ਲਿਖਿਆ ਹੈ। ਗੁਰਬਾਣੀ ਵਿੱਚੋਂ ਹੀ ਸਮਝਣਾ ਹੈ। ਉਹ ਜੋ ਉਪਦੇਸ਼ ਹੈਗਾ ਇਹ ਗੁਰੂ ਨਾਨਕ ਜੀ ਦਾ ਹੀ ਹੈ ਕਿ ਮੰਨੇ ਨਾਉ, ਜਿਨ੍ਹਾਂ ਨੇ ਨਾਉ ਮੰਨ ਲਿਆ ਹੈ, ਮੰਨਣਾ ਨਹੀਂ ਹੈ, ਮੰਨ ਲਿਆ ਹੈ, ਮੰਨੇ ਨਾਉ ਸੋਈ ਜਨ ਜਾਏ। ਉਹਨਾਂ ਨੇ ਇੱਥੇ ਆਪਣੇ ਮਨ ਤੇ ਜਿੱਤ ਪ੍ਰਾਪਤ ਕਰ ਲਈ ਹੈ। ਮਨ ਜੀਤਾ ਜਗ ਜੀਤ। ਜਗ ਵਿੱਚ ਆਉਣਾ ਸੀ, ਜਦੋਂ ਆਏ ਹਾਂ ਇੱਥੇ ਆ ਕੇ ਆਪਾਂ ਮਨ ਤੇ ਜਿੱਤ ਪ੍ਰਾਪਤ ਕਰਨੀ ਸੀ। ਮਨ ਵਿੱਚ ਔਗਣ ਹੁੰਦੇ ਹਨ, ਉਹ ਔਗਣਾਂ ਦੀ ਜਾਣਕਾਰੀ ਲੈਣੀ ਹੈ ਤੇ ਉਹ ਔਗਣਾਂ ਤੋਂ ਆਪਾਂ ਬਚ ਕੇ ਰਹਿਣਾ ਹੈ। ਔਰੀ ਕਰਮ ਨਾਲ ਲੇਖੇ ਲਾਏ। ਕੋਈ ਹੋਰ ਕਰਮ ਕਰਨ ਨਾਲ, ਕੋਈ ਹੋਰ ਤਰ੍ਹਾਂ ਦੇ ਜੋ ਅੱਜ ਕੱਲ੍ਹ ਆਪਾਂ ਧਰਮਾਂ 'ਚ ਦੇਖਦੇ ਹਾਂ, ਸਿੱਖੀ ਵਿੱਚ ਵੀ ਦੇਖਦੇ ਹਾਂ ਕਿ ਨਾਮ ਦੀ ਖੋਜ ਨਹੀਂ ਹੈ। ਨਾਮ ਔਰ ਨਾਮ ਦਾ ਵੀ ਅੰਤਰ ਨਹੀਂ ਪਤਾ ਲੱਗਿਆ ਅਜੇ ਤੱਕ। ਸੋ ਇਹ ਇਸ ਤਰ੍ਹਾਂ ਦੇ ਜੋ ਆਪਾਂ ਕਰਮ ਪਾਠ ਕਰ ਲੈਣਾ ਜਾਂ ਕਿਤੇ ਅਖੰਡ ਪਾਠ ਕਰਵਾ ਲੈਣਾ, ਇਹ ਕਰਮਾਂ ਵਿੱਚ ਆਉਂਦੇ ਹਨ। ਕਰਮ ਕਾਂਡ ਹੀ ਹੁੰਦੇ ਹਨ। ਇਹਨਾਂ ਨਾਲ ਮੁਕਤੀ ਨਹੀਂ ਪ੍ਰਾਪਤ ਹੁੰਦੀ। ਇਹ ਪਹਿਲਾਂ ਵੀ ਹੁੰਦੇ ਰਹੇ ਹਨ। ਇਹਨਾਂ ਦਾ ਜ਼ਿਕਰ ਆਪਾਂ ਨੂੰ ਜੋ ਆਪਾਂ ਸ਼ਾਮੀ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਮਿਲਦਾ ਹੈ। ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ, ਕਰੀ ਕਿਰਿਆ ਖਟ ਕਰਮ ਕਰਨਤਾ। ਸਿਮਰਤ ਸ਼ਾਸਤਰ ਪੜ੍ਹਨ ਦਾ ਰਿਵਾਜ ਸੀ। ਗੁਰਬਾਣੀ ਵੇਦ ਹੈ। ਵੇਦ ਵਿੱਚ ਆਪਣੀ ਜੋ ਬੁੱਧੀ ਹੈ ਉਸ ਦੁਆਰਾ ਆਪਣੇ ਮੂਲ ਨੂੰ ਖੋਜਣ ਦਾ ਜੋ ਆਪਾਂ ਉਪਰਾਲਾ ਕਰਨਾ ਹੁੰਦਾ ਹੈ, ਉਸ ਤੋਂ ਵਾਂਝੇ ਹਾਂ। ਸੋ ਉਪਦੇਸ਼ ਇਹੀ ਹੈ ਕਿ ਸਿਮਰਤ ਸ਼ਾਸਤਰ ਜੋ ਹਨ ਉਹ ਵੀ ਪੜ੍ਹੇ ਜਾਂਦੇ ਸੀ। ਉਹਨਾਂ ਨਾਲ ਜਿਹੜੇ ਪੜ੍ਹਨ ਵਾਲੇ ਸੀ ਉਹਨਾਂ ਨੂੰ ਕੋਈ ਮੁਕਤੀ ਨਹੀਂ ਮਿਲੀ ਤੇ 6 ਤਰ੍ਹਾਂ ਦੇ ਕੋ ਖਾਸ ਕਰਮ ਕਰਦੇ ਸੀ, ਉਹਨਾਂ ਨਾਲ ਕਿਸੇ ਨੂੰ ਮੁਕਤੀ ਪ੍ਰਾਪਤ ਨਹੀਂ ਸੀ ਹੋਈ। ਸੋ ਭਗਤਾਂ ਨੇ, ਭਗਤ ਕਬੀਰ ਜੀ ਜੋ ਹਨ ਉਹ ਸਭ ਤੋਂ ਪਹਿਲੇ ਮੁਕਤ ਭਗਤ ਮੰਨੇ ਜਾਂਦੇ ਹਨ ਗੁਰਮਤਿ ਅਨੁਸਾਰ। ਤੇ ਉਸ ਤੋਂ ਬਾਅਦ ਫਿਰ 14 ਹੋਰ ਭਗਤ, ਉਹਨਾਂ ਦਾ ਜ਼ਿਕਰ ਹੋ ਰਿਹਾ ਹੈ। ਸੇ ਭਗਤ ਭਲੇ, ਇਹ ਬਹੁਵਚਨ ਚਾਹੁੰਦਾ ਹੈ। ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰੀ ਭਗਵੰਤਾ, ਜਿਹੜੇ ਪਰਮੇਸ਼ਰ ਨੂੰ ਭਾ ਗਏ ਹਨ ਉਹਨਾਂ ਨੂੰ ਨਾਮ ਪਦਾਰਥ ਦੀ ਦਾਤ ਮਿਲ ਗਈ ਹੈ। ਪਰ ਨਾਮ ਪਦਾਰਥ ਲੈਣ ਤੋਂ ਪਹਿਲਾਂ ਨਾਉ ਚਾਹੀਦਾ ਹੈ। ਨਾਉ ਗੁਰਬਾਣੀ ਵਿੱਚ ਦਰਜ ਹੈ। ਇਹ ਨਾਉ ਮੰਨ ਲਈ ਹੈ ਤੇ ਜੋ ਭਗਤੀ ਹੈ ਉਹ ਮੂਲ ਨੇ ਕਰਨੀ ਹੈ। ਮੂਲ ਨੂੰ ਆਪਣੇ 2 ਪਦਾਰਥ ਚਾਹੀਦੇ ਹਨ। ਮਨ ਨੇ ਤੇ ਗਿਆਨ ਪਦਾਰਥ ਤੋਂ ਮੁਕਤ ਪਦਾਰਥ ਲੈਣਾ ਹੈ। ਸੋ ਜਿਹੜਾ ਸਾਡਾ ਮੂਲ ਹੈ ਉਸ ਨੇ ਪਹਿਲਾਂ ਲੈਣਾ ਹੈ ਨਾਮ ਪਦਾਰਥ, ਫਿਰ ਉਸ ਦੇ ਨਾਲ ਉਹਨੂੰ ਜਨਮ ਪਦਾਰਥ ਪ੍ਰਾਪਤ ਹੁੰਦਾ ਹੈ। ਗੁਰਬਾਣੀ ਵਿੱਚ ਇਹ ਚੀਜ਼ਾਂ ਦਰਜ ਹਨ, ਖੋਜਣ ਦੀ ਲੋੜ ਹੈ। ਜੋ ਅਗਲੀਆਂ ਪੰਕਤੀਆਂ ਦੀ ਵਿਚਾਰ ਆਪਾਂ ਹੁਣ ਸਾਂਝੀ ਕਰਾਂਗੇ। ਸਭ ਗੁਣ ਤੇਰੇ ਮੈਂ ਨਾਹੀ ਕੋਏ,
बिन गुण कीते भगती ना होए। ये जो गल है और ये जो नेम है ये जीव वास्ते है। ਜਦੋਂ जीव बाणी ਨੂੰ पढ़ेगा, गुरबाणी ਨੂੰ खोजेगा, उसनों पता लग जाएगा कि जो मैं है ये कित्थों आई है। ਆਪਾਂ हौमै शब्द वरतते हाँ, सानू शायद नहीं पता कि हौमै शब्द जो है वो दो शब्दां दा सुमेल है। हौं विच जी आउंदा है, ਇਹਦਾ ਜ਼ਿਕਰ ਗੁਰਬਾਣੀ ਵਿੱਚ ਆਪਾਂ ਨੂੰ ਮਿਲਦਾ ਹੈ। ਉਸ ਤੋਂ ਬਾਅਦ ਜਦੋਂ ਸਰੀਰ ਨਾਲ ਜੁੜਦਾ ਹੈ ਫਿਰ ਇਹਦੇ ਵਿੱਚ ਮੈਂ ਆਉਂਦੀ ਹੈ। ਇਹ ਵੀ ਗੁਰੂ ਨਾਨਕ ਜੀ ਦਾ ਹੀ ਸ਼ਲੋਕ ਹੈ। ਹਉ ਵਿੱਚ ਮਾਇਆ, ਜਦੋਂ ਹਉ ਪੈਦਾ ਹੋ ਜਾਂਦੀ ਹੈ ਫਿਰ ਇਹਨੂੰ ਮਾਇਆ ਵਿੱਚ ਆਉਣਾ ਪੈਂਦਾ ਹੈ ਜੀਵ ਨੂੰ। ਮਾਇਆ ਵਿੱਚ ਇਹਨੂੰ ਫਿਰ ਇੱਕ ਸਰੀਰ ਮਿਲਦਾ ਹੈ ਜਿਹਨੂੰ ਜੰਤ ਕਹਿੰਦੇ ਹਾਂ। ਹਉ ਵਿੱਚ ਛਾਇਆ, ਜਦੋਂ ਹਉ ਹੁੰਦੀ ਹੈ ਛਾਇਆ ਉਸ ਹਿੱਸੇ ਨੂੰ ਕਹਿੰਦੇ ਆ ਜਿੱਥੇ ਰੋਸ਼ਨੀ ਨਾ ਹੋਵੇ। ਇਹਦੇ ਅੰਦਰ ਰੋਸ਼ਨੀ ਘਟਦੀ ਹੈ। ਉਹ ਜਿਹੜੀ ਛਾਇਆ ਹੈ ਇਹ ਗਿਆਨ ਦੁਆਰਾ ਉਹ ਛਾਇਆ ਤੋਂ दूर हो सकता है, ये अपने अंदर प्रकाश कर सकता है। पर नेम की गल ये है कि हाँ मैं करी करी जंत उपाया, जदों जी नाल जंत पै लग गया उस समय मैं भी जुड़ जाती है। हाँ भी करी जाता है क्योंकि हाँ च तां आया ही सी। उस तो बाद शरीर मिल गया, शरीर दियां लोड़ां वास्ते और शरीर दे आराम लई जो ये अज्ञानता दे वस पैंदा है उहदे नाल इहदी मैं वधदी है। शरीर दियां लोड़ां हन, ये लोड़ां तो भुख वल चले जांदा है जीव, फिर भुख चों बाहर नहीं निकलदा। सो वो जंत दी अपनी जरूरत है, उहदे लई परमेश्वर ने उपराला कीता है। इनू विश्वास होना चाहिदा है कि सैल पत्थर में जंत उपाए ताका रिजक आग्या कर धरिया। रिजक तां इत्थे है, तूं उपराला करन अपने छुट्टण दा, अपनी मुक्ति का, छाया विचों बाहर आउण दा। तो ये हाँ और मैं दो शब्द हैं। तो इस गल का आपां होर विस्तार भी कर सकते हाँ कि छाया की हुंदी है, सूरज दे नाल रिलेटिड हुंदी है। जदों सूरज की छाया पैंदी है किसे सूरज की रोशनी पैंदी है किसी भी चीज़ ते ऑब्जेक्ट ते, उत्थों छाया क्रिएट हुंदी है। छाया जो है वो सारा दिन घूमती रहिंदी है, वो पूरा एक चक्कर कट जाती है क्योंकि सूरज एक पास्यों कहते चढ़ता है। सूरज तो उत्थे ही खड़ा है, वैसे धरती घूम रही है, धरती के घूमण नाल छाया बनती है। एक दृष्टांत आपां नूं दस्सिया कि इस छाया विच जदों तक रहांगे, जदों तक मुक्ति नहीं है, छाया तो आपां मुक्ति पाउणी है। छाया दा अंग्रेजी विच अर्थ शेड ते अंबरा शैडो, तां ही आपां अंबरेला शब्द वरतदे हाँ क्योंकि अंबरेला जो है वो आपां नूं धुप तो बचाउंदा है, वो छाया विच रखदा है। तो मूल मन दिमाग जंत, ये चार चीज़ां आपां नूं समझ आउणियां चाहीदियां हन जे आपां हाँ और मैं दी गल समझनी है। जिहड़ा मूल है उहदे चों मन पैदा हुंदा है। ये अंग्रेजी विच भी किसी ने डायग्राम बनाया है, मैं इंटरनेट तो ही लिया है। चीज़ां अवेलेबल हैं पर असी उन्हां दी वरतों किवें करनी है सानू पता होना चाहिए। वो सोल तो माइंड तो ब्रेन तो बॉडी है। जिहड़ी बॉडी हैगी है ये जंत है, जड़ है, दिमाग भी जड़ है, मूल और मन चेतन हैं। ये साडी टीकाकारी विच मन नूं चेतन नहीं दस्सिया गया, जबकि मन चेतन हुंदा है, दिमाग जड़ हुंदा है। दिमाग कोल 5 ज्ञान इंद्रे हैं जिहदे नाल शरीर या जंत नाल जुड़िया हुंदा है। सो ये सारी जो एक छोटा जिहा आपां डायग्राम बना के मूल तो जंत तक किस तरह ये आउंदा है। मूल विच हौं सी, उस तो बाद मन पैदा हुंदा है, मन विच मैं आ जाती है, मन दिमाग दे नाल शरीर नाल जुड़िया रहिंदा है। जे मन पिछे नूं जावे जिवें इत्थे डायग्राम विच इन्हां ने दिखाया हैगा, फिर ये अपने मूल नाल मिल सकता है। मन तू जो स्वरूप है, मन का स्वरूप भी मूल वाला ही है। अपना मूल पछाण जे पछाण लेगा तो पिछे नूं मुड़ जाएगा। फिर इहदे विच मैं घटेगी क्योंकि जंत वाला जो इन्हें मन्निया होया सीगा, इन्हूं जिहड़ा रोग सी कि मैं शरीर हाँ, शरीर तो उपर उठ जाता। फिर ये मूल दे पद्धर ते भगती करता है। इस पौड़ी विच इसी गल दा आपां नूं जो ज्ञान बख्शिया है। हम अवगुण भरे एक गुण नाही, ये सवैये महले चौथे के। उन्होंने दस्सिया जीव की हालत की हुंदी है,
ਭੱਟ ਜੀ ਆਪਣੇ ਆਪ ਨੂੰ ਵੀ ਉਸੇ ਹਾਲਤ ਵਿੱਚ ਰੱਖਦੇ ਹਨ। ਅੰਮ੍ਰਿਤ ਛਾੜ ਵੇਖਿਆ ਬਿਖ ਖਾਈ। ਅਸੀਂ ਛਾਇਆ ਤੋਂ ਮੁਕਤ ਹੋਣਾ ਸੀ। ਛਾਇਆ ਸਾਡੇ ਨਾਲ ਹੀ ਚੱਲਦੀ ਹੈ, ਉਹਦੇ ਨਾਲ ਅਸੀਂ ਬਿਖ ਖਾ ਰਹੇ ਹਾਂ। ਜੇ ਅਸੀਂ ਅੰਮ੍ਰਿਤ ਛਕਣਾ ਹੈ ਫਿਰ ਸਾਨੂੰ ਆਪਣੇ ਮਨ ਦੇ ਪੱਧਰ 'ਤੇ ਵਿਚਾਰ ਕਰਨੀ ਪਏਗੀ। ਮਨ ਨੂੰ ਵਿਚਾਰ ਵਿੱਚ ਲਾ ਕੇ ਜੋ ਬੁੱਧੀ ਨੇ ਸਮਝਿਆ ਹੈ ਉਹ ਮਨ ਜੋ ਹੈ ਉਹ ਮੰਨ ਲਵੇ, ਫਿਰ ਇਹ ਅੰਮ੍ਰਿਤ ਛਕ ਲੈਂਦਾ ਹੈ ਤੇ ਬਿਖ ਜੋ ਹੈ ਉਹ ਔਗਣ ਹਨ, ਹਨੇਰਾ ਹੈ ਉਹ ਤੋਂ ਦੂਰ ਹੋ ਜਾਂਦਾ। ਬਿਖ ਦਾ ਜਿਹੜਾ ਕਾਰਨ ਹੈ ਉਹ ਹੈਗਾ ਮਾਇਆ। ਮਾਇਆ ਵਿੱਚ ਇਹਨੂੰ ਮੋਹ ਔਰ ਭਰਮ ਪੈ ਗਿਆ ਜੀਵ ਨੂੰ, ਉਹਦੇ ਕਰਕੇ ਭੁੱਲ ਜਾਂਦਾ। ਜੇ ਇਹਨੂੰ ਇਹ ਗੱਲ ਗੁਰਬਾਣੀ ਤੋਂ ਪੜ੍ਹ ਕੇ ਚੇਤੇ ਆ ਜਾਂਦੀ ਹੈ ਤੇ ਉਹਨੂੰ ਸਿਮਰਨ ਕਿਹਾ ਜਾਂਦਾ। ਪਰ ਚੇਤੇ ਆਉਣ ਲਈ ਪਹਿਲਾਂ ਜਪ ਕਰਨਾ ਪੈਂਦਾ। ਆ ਜੋ ਆਪਾਂ ਨੂੰ ਦੱਸਿਆ ਹਮ ਆਪ ਗੁਣ ਭਰੇ ਏਕ ਗੁਣ ਨਾਹੀ, ਇਹ ਜਪ ਹੈ। ਸੋ ਇਹ ਜਪ ਤੋਂ ਹੀ ਅਸੀਂ ਅੱਗੇ ਚੱਲਣਾ ਹੈ। ਅੰਮ੍ਰਿਤ ਛਾੜ ਵਿਖੇ ਬਿਖਾਈ, ਫਿਰ ਆਪਾਂ ਅੰਮ੍ਰਿਤ, ਇਹ ਮਨ ਦਾ ਭੋਜਨ ਹੈ। ਇਹ ਅੰਮ੍ਰਿਤ ਮਨ ਨੇ ਛਕਣਾ ਹੈ, ਸਰੀਰ ਨੇ ਨਹੀਂ। ਸਰੀਰ ਦਾ ਭੋਜਨ ਤਾਂ ਆਪਣਾ ਹੈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸੂ ਪ੍ਰੀਤ ਲਗਾਈ। ਇੱਥੇ ਅਸੀਂ ਸਮਝਣ ਲੱਗ ਗਏ ਕਿ ਇਹ ਜਿਹੜੇ ਸਾਡੀ ਸੰਪत्ति ਹੋ ਗਈ, ਸਾਡੇ ਸੁੱਤ ਜਾਂ ਜੋ ਪਰਿਵਾਰ ਹੈ ਸਾਡਾ, ਇਹਨਾਂ ਨਾਲ ਪ੍ਰੀਤ ਲੱਗ ਗਈ ਹੈ। ਪ੍ਰੀਤ ਆਪਣੇ ਮੂਲ ਨਾਲ ਲੱਗਣੀ ਚਾਹੀਦੀ ਸੀ। ਉਹਦੇ ਲਈ ਉਪਰਾਲਾ ਕੀ ਹੈਗਾ? ਇੱਕ ਉੱਤਮ ਪੰਥ ਸੁਣਿਓ, ਗੁਰ ਸੰਗਤ। ਇਹ ਉੱਤਮ ਪੰਥ ਹੈ, ਇਹ ਮਗੁਨ ਪੰਥ ਹੈ। ਇਹ ਗੁਰ ਨਾਲ ਸੰਗਤ ਕਰਾ ਦਿੰਦਾ। ਮਨ ਜਿਹੜਾ ਹੈ ਉਹ ਦੋ ਪਦਾਰਥ ਪ੍ਰਾਪਤ ਕਰਕੇ ਗੁਰ ਦੀ ਸੰਗਤ ਕਰ ਲੈਂਦਾ। ਫਿਰ ਜਿਹੜਾ ਗੁਰ ਹੈ ਉਹ ਭਗਤੀ ਕਰਦਾ ਅੱਗੇ। ਤਹਿ ਮਿਲੰਤ ਜਮ ਤਰਾਸ ਮਿਟਾਈ। ਜਦ ਮਨ ਮੂਲ ਵਿੱਚ ਸਮਾ ਜਾਂਦਾ ਹੈ ਉਸ ਤੋਂ ਬਾਅਦ ਜੋ ਹੈ ਦੋ ਪਦਾਰਥ ਇਹਨੂੰ ਹੋਰ ਮਿਲਣਗੇ, ਉਹਦੇ ਨਾਲ ਜੋ ਇਹਦਾ ਜੰਮਣ ਮਰਨ ਹੈ ਉਹ ਰਹਿ ਜਾਏਗਾ। ਇਹੀ ਅਰਦਾਸ ਕਰਦੇ ਨੇ ਭਾਟ ਜੀ। ਇੱਕ ਅਰਦਾਸ ਭਾਟ ਕੀਰਤ ਕੀ ਅਰਦਾਸ ਕਰਦੇ ਹਨ? ਗੁਰੂ ਰਾਮਦਾਸ ਰਾਖੋ ਸਰਨਾਈ। ਜਿਵੇਂ ਤੁਸੀਂ ਗੁਰੂ ਰਾਮਦਾਸ ਨੂੰ ਸ਼ਰਨ ਦਿੱਤੀ ਸੀ, ਸ਼ਬਦ ਗੁਰੂ ਨੂੰ ਕਹਿ ਰਹੇ ਹਨ। ਸ਼ਬਦ ਗੁਰੂ ਅੱਗੇ ਅਰਦਾਸ ਕਰਦੇ ਹਨ। ਅਰਦਾਸ ਚੇਤਨ ਅੱਗੇ ਹੋ ਸਕਦੀ ਹੈ। ਅਸੀਂ ਗੁਰਬਾਣੀ ਨੂੰ ਅਰਦਾਸ ਕਰਦੇ ਹਾਂ, ਉਹ ਗੁਰਬਾਣੀ ਵਿੱਚ ਹੀ ਲਿਖਿਆ ਹੈ ਕਿ ਇਹ ਗੱਲ ਠੀਕ ਨਹੀਂ ਹੈ। ਸੋ ਅਸੀਂ ਕਰਨਾ ਕੀ ਹੈ? ਗੁਰੂ ਰਾਮਦਾਸ ਰਾਖੋ ਸਰਨਾਈ। ਅਸੀਂ ਇਹ ਨੇਮ ਸਮਝਣਾ ਹੈ ਕਿ ਜੋ ਮੈਂ ਗੁਰੂ ਰਾਮਦਾਸ ਜੀ ਨੂੰ ਸ਼ਰਨ ਦਿੱਤੀ ਸੀ ਸ਼ਬਦ ਨੇ, ਉਹ ਕਹਿੰਦੇ ਮੇਰੇ ਪਰ ਵੀ ਕਿਰਪਾ ਕਰੋ ਤਾਂ ਕਿ ਮੈਂ ਸ਼ਬਦ ਦੀ ਸ਼ਰਨ 'ਚ ਆ ਸਕਾਂ। ਇਹ ਸ਼ਬਦ ਸੁਰਤ ਦਾ ਮੇਲ ਹੈ। ਗੁਰੂ ਨਾਨਕ ਜੀ ਨੇ ਸਾਨੂੰ ਦੱਸਿਆ ਹੈ ਕਿ ਸ਼ਬਦ ਜੋ ਹੈ ਉਹ ਗੁਰੂ ਵਿੱਚ ਸਮਾਉਂਦੀ ਹੈ। ਉਹ ਗੱਲ ਹੋ ਰਹੀ ਹੈ ਇੱਥੇ। ਇਹ ਨਹੀਂ ਕਿਹਾ ਜਾ ਰਿਹਾ ਕਿ ਮੈਨੂੰ ਆਪਣੀ ਸ਼ਰਨ ਰੱਖੋ, ਕਿਉਂਕਿ ਚੌਥੇ ਪਾਤਸ਼ਾਹ ਦਾ ਉਹਨੇ ਸਮੇਂ ਹੈ ਵੀ ਨਹੀਂ। ਉਹ ਉਹਨਾਂ ਦੀ ਸ਼ਰਨ ਕਿਉਂ ਮੰਗਣਗੇ? ਉਹ ਸ਼ਰਨ ਮੰਗਦੇ ਨੇ, ਚਾਰ ਪਦਾਰਥ ਮੰਗ ਰਹੇ ਨੇ ਤਾਂ ਕਿ ਚਾਰ ਪਦਾਰਥ ਮਿਲਣ ਨਾਲ ਹੀ ਸ਼ਰਨ ਮਿਲਦੀ ਹੈ। ਅਸਲੀ ਜੋ ਨੇਮ ਹੈ ਉਹ ਇਹ ਸੀ। ਇਹਦੇ ਬਾਰੇ ਹੋਰ ਵਿਸਤਾਰ ਵੀ ਹੈ। ਅਵਗਣ ਪਰ ਹਰ ਕਰਨੀ ਸਾਰ। ਜੇ ਮਨ ਅਵਗਣ ਛੱਡ ਦੇਵੇ, ਇਹ ਸਾਰ ਕਰਨੀ ਹੈ। ਦਰ ਸੱਚੇ ਸਚਿਆਰੋ, ਫਿਰ ਇਹ ਸੱਚੇ ਦਰ ਤੇ ਪਹੁੰਚ ਜਾਂਦਾ ਹੈ। ਅਜੇ ਘਰ 'ਚ ਨਹੀਂ ਗਿਆ, ਸਚਿਆਰੋ ਇਹਨੂੰ ਦਰ ਤੱਕ ਲਿਜਾਂਦਾ ਹੈ। ਆਵਣ ਜਾਵਣ ਠਾਕ ਰਹਾਏ, ਫਿਰ ਆਵਣ ਜਾਵਣ ਤਾਂ ਠਾਕ ਰਹਾਏਗਾ ਜੇ ਗੁਰਮੁਖ ਕੋਲ ਤੱਤ ਦੀ ਵਿਚਾਰ ਆਏਗੀ। ਕਹਿਣ ਦਾ ਭਾਵ ਹੈ ਜਿਹਦੀ ਸੁਰਤ ਸ਼ਬਦ ਵਿੱਚ ਸਮਾਏਗੀ। ਇਹ ਗੁਰਮੁਖ ਉਹਨਾਂ ਦਾ ਹੀ ਵਿਸ਼ਾ ਹੈ। ਉਹਦੇ ਬਾਰੇ ਹੋਰ ਵਿਸਤਾਰ ਵੀ ਹੈ। ਨਾਮ ਮਨੀ ਭਾਵੈ ਕਹੇ ਕਹਾਵੈ। ਜਿਹਦੇ ਮਨ ਵਿੱਚ ਨਾਮ ਆ ਜਾਂਦਾ ਹੈਗਾ, ਜਿਹੜਾ ਨਾਮ ਪਦਾਰਥ ਹੈ, ਉਹ ਫਿਰ ਕੁਛ ਹੋਰ ਨਹੀਂ ਕਹਿੰਦਾ। ਉਹ ਬਾਕੀ ਇਹੀ ਗੱਲ ਕਰਦਾ, ਆਪ ਵੀ ਨਾਮ ਦੀ ਗੱਲ ਕਰਦਾ। ਨਾਮ ਦੀ ਜੋ ਗੱਲ ਹੈ ਉਹ ਨਾਉ ਦੇ ਰੂਪ 'ਚ ਕਰਦਾ ਹੈ। ਤੱਤੋ ਤੱਤ ਵਖਾਨਾ, ਬਾਕੀਆਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਕੋਸ਼ਿਸ਼ ਕਰੋ। ਗੁਰ ਸ਼ਬਦ ਪੀਰਾ, ਜਿਹੜਾ ਗੁਰ ਕਾ ਸ਼ਬਦ ਹੈ, ਸ਼ਬਦ ਗੁਰ, ਉਹੀ ਪੀਰਾ, ਉਹਨੂੰ ਪੀਰ ਮੰਨਿਆ ਹੋਇਆ। ਗਹਿਰ ਗੰਭੀਰਾ, ਉਹ ਬਹੁਤ ਗੰਭੀਰ ਗੱਲ ਹੈ ਉਹਦੇ ਵਿੱਚ। ਜੇ ਅਸੀਂ ਉਹਨਾਂ ਨੂੰ ਖੋਜ ਲਵਾਂਗੇ ਗੰਭੀਰਤਾ ਨੂੰ, ਫਿਰ ਅਸੀਂ ਦੋ ਪਦਾਰਥ ਲੈ ਲਾਂਗੇ। ਬਿਨ ਸ਼ਬਦ ਹੈ ਜਗ ਬੌਰਾਨਾ। ਇਹ ਸਮੱਸਿਆ ਹੈ ਜਗ ਦੀ ਕਿ ਉਹਨਾਂ ਨੇ ਸ਼ਬਦ ਦੀ ਵਿਚਾਰ ਨਹੀਂ ਕੀਤੀ ਹੈ। ਇਹ ਸ਼ਬਦ ਦੀ ਵਿਚਾਰ ਕਰ ਲੈਂਦੇ ਤਾਂ ਜੋ ਉਹਨਾਂ ਅੰਦਰ ਮਾਇਆ ਦੀ ਦੀਵਾਨਗੀ ਹੈ, ਜੋ ਪਰਿਵਾਰ ਦਾ ਮੋਹ ਹੈ, ਉਹ ਸਾਰਾ ਦੂਰ ਹੋ ਸਕਦਾ ਹੈ। ਫਿਰ ਜੀਵ ਜੋ ਹੈ ਮਾਇਆ ਤੋਂ ਉੱਪਰ ਉੱਠਦਾ ਹੈ। ਇਹਨਾਂ ਗੱਲਾਂ ਦੀ ਹੀ ਵਿਚਾਰ ਨੂੰ ਆਪਾਂ ਅੱਗੇ ਲੈ ਕੇ ਹੁਣ ਚੱਲਦੇ ਹਾਂ। ਬਿਨ ਗੁਣ ਕੀਤੇ ਭਗਤੀ ਨਾ ਹੋਏ। ਇਸ ਦੇ ਜੋ ਸਹੀ ਅਰਥ ਹਨ
ਉਹ ਇਹ ਹੈ ਕਿ ਮਨ ਨੇ ਗੁਣ ਧਾਰਨੇ ਹਨ। ਜਦੋਂ ਮਨ ਨੇ ਗੁਣ ਧਾਰ ਲਏ ਤੇ ਮਨ ਆਪਣੇ ਮੂਲ ਵਿੱਚ ਸਮਾ ਜਾਂਦਾ ਹੈ। ਹੁਣ ਭਗਤੀ ਮੂਲ ਨੇ ਕਰਨੀ ਹੈ। ਇਹ ਗੁਰਮਤਿ ਨੇ ਸਮਝਾਇਆ ਹੈ। ਇਹ ਖੋਜਣ ਦੀ ਗੱਲ ਹੈ। ਜੇ ਆਪਾਂ ਗੁਰਬਾਣੀ ਚੋਂ ਪੜ੍ਹਦੇ ਹਾਂ ਤਾਂ ਅਰਥ ਇਹੀ ਬਣਦੇ ਹਨ। ਉਹ ਮਨ ਨੂੰ ਗੁਣ ਚਾਹੀਦੇ ਹਨ। ਜਦੋਂ ਇਹ ਜਪ ਕਰਦਾ ਹੈ, ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਸਮਝਣ ਦਾ ਜ਼ਰੀਆ ਇਹਦੀ ਬੁੱਧੀ ਹੈ। ਬੁੱਧੀ ਪੜ੍ਹਦੀ ਹੈ। ਜੇ ਉਸ ਗੱਲ ਨੂੰ ਇਹ ਸਮਝ ਲੈਂਦਾ ਹੈ, ਇਹਨੂੰ ਇਹ ਭਾ ਜਾਂਦੀ ਹੈ, ਫਿਰ ਇਹਦੇ ਅੰਦਰ ਗੁਣ ਪੈਦਾ ਸ਼ੁਰੂ ਹੋ ਜਾਂਦੇ ਹਨ। ਜਦੋਂ ਫਿਰ ਗੁਣ ਪੂਰੇ ਹੋ ਜਾਂਦੇ ਹਨ, ਫਿਰ ਇਹਦਾ ਜਪ ਪੂਰਾ ਹੋ ਜਾਂਦਾ ਹੈ। ਹੁਣ ਫਿਰ ਇਸ ਦਾ ਤਾਂ ਮਨ ਦਾ ਜੋ ਸੀ ਕੰਮ ਉਹ ਮੁੱਕ ਗਿਆ। ਹੁਣ ਜੋ ਮੂਲ ਹੈ ਉਹ ਸਤਿਗੁਰ ਨੂੰ ਜਨਮ ਮਿਲਣਾ ਹੈ। ਸੋ ਉਹ ਮੂਲ ਨੇ ਫਿਰ ਭਗਤੀ ਕਰਨੀ ਹੈ। ਇਹਦੇ ਇਸ਼ਾਰੇ ਗੁਰਬਾਣੀ ਵਿੱਚ ਆਪਾਂ ਨੂੰ ਅਨੇਕ ਜਗ੍ਹਾ ਮਿਲਦੇ ਹਨ। ਭਗਤੀ ਨਿਰਾਲੀ ਅੱਲਾ ਦੀ, ਜਿਹੜੀ ਅੱਲਾ ਨੇ ਕਹਾ ਭਗਤੀ ਕਰਨੀ ਉਹ ਬੜੀ ਨਿਰਾਲੀ ਹੈ। ਪਰ ਇਸ ਦੀ ਜਾਣਕਾਰੀ ਕਿੱਥੋਂ ਪ੍ਰਾਪਤ ਹੁੰਦੀ ਹੈ? ਜਪ ਹੈ, ਗੁਰ ਵਿਚਾਰ। ਇਹ ਗੁਰਬਾਣੀ ਦੀ ਵਿਚਾਰ ਚੋਂ ਪਤਾ ਲੱਗਦਾ। ਜੇ ਵਿਚਾਰ ਨਹੀਂ ਕਰਾਂਗੇ, ਆਪਾਂ ਪੜ੍ਹਾਂਗੇ, ਕੇਵਲ ਪੜ੍ਹਨ ਤੱਕ ਸੀਮਿਤ ਰਹਾਂਗੇ, ਇਹਨਾਂ ਗੱਲਾਂ ਦਾ ਜੋ ਭੇਦ ਹੈ ਆਪਾਂ ਨੂੰ ਨਹੀਂ ਪਤਾ ਲੱਗ ਸਕਦਾ। ਨਾਨਕ ਨਾਮ ਹਿਰਦੈ ਵਸੈ। ਨਾਮ ਵਾਸਤੇ ਪਹਿਲਾਂ ਤਾਂ ਗੁਰ ਵਿਚਾਰ ਚਾਹੀਦੀ ਹੈ। ਗੁਰ ਵਿਚਾਰ ਗੁਰ ਪ੍ਰਸਾਦ ਚੋਂ ਚਾਹੀਦੀ ਹੈ, ਫਿਰ ਬਸਦਾ ਹੈਗਾ ਨਾਮ। ਇਹਨੂੰ ਕੀ ਕਹਿੰਦੇ? ਭੈ ਭਗਤੀ। ਇਹ ਨਾਮ ਨੇ ਭੈ ਭਗਤੀ ਪੂਰੀ ਤਾਂ ਹੀ ਹੁੰਦੀ ਹੈ ਜਦੋਂ ਹੁਕਮ ਦੀ ਭੈ 'ਚ ਰਹਿੰਦਾ ਸਤਿਗੁਰ। ਉਹਦੀ ਭਗਤੀ ਤਾਂ ਪੂਰੀ ਹੁੰਦੀ ਹੈ ਇਹਨੂੰ ਨਾਮ ਮਿਲ ਜਾਂਦਾ। ਨਾਮ ਸਦਾ ਲਈ ਉਹਦੇ ਹਿਰਦੇ ਵਿੱਚ ਵਸ ਜਾਂਦਾ। ਇਹ ਨਾਮ ਪਦਾਰਥ ਹੈ। ਇਹੀ ਨਾਮ ਜੋ ਹੈ ਇਹਨੂੰ ਸਵਾਰਦਾ ਹੈਗਾ। ਪਹਿਲਾ ਜੋ ਗਿਆਨ ਹੈ ਉਹ ਜਪਣ ਦਾ ਵਿਸ਼ਾ ਹੈ। ਇਹ ਜੋ ਨਾਮ ਹੈ ਇਹ ਫਿਰ ਸੋਝੀ ਪੂਰੀ ਹੈ। ਇਹਦੇ ਵਿੱਚ ਜੀਵ ਨੂੰ ਪੂਰੀ ਸੋਝੀ ਹਮੇਸ਼ਾ ਹੀ ਰਹਿੰਦੀ ਹੈ ਜਦੋਂ ਤੱਕ ਨਾਮ ਨਾਲ ਜੁੜਿਆ ਰਹਿੰਦਾ। ਪਰ ਨਾਮ ਨਾਲ ਜੁੜਨ ਤੋਂ ਪਹਿਲਾਂ ਇਹਨੂੰ ਨਾਉ ਦੀ ਲੋੜ ਹੈ। ਨਾਉ ਨਾਲ ਇਹਦਾ ਜੋ ਮਨ ਹੈ ਉਹ ਚੁੱਪ ਕਰਦਾ ਜਾਂ ਮਰਦਾ ਹੈ। ਉਸ ਤੋਂ ਬਾਅਦ ਜਨਮ ਮਿਲਦਾ ਜੀਵ ਨੂੰ। ਇਹ ਗੁਰਮਤਿ ਨੇ ਮੰਨਿਆ ਹੋਇਆ ਹੈ। ਗੁਰਮਤਿ ਪਾਈ ਵੱਡੀ ਵਡਿਆਈ, ਸੱਚੇ ਸ਼ਬਦੀ ਰਸ ਪੀਜੈ। ਪਹਿਲਾਂ ਤਾਂ ਸੱਚਾ ਸ਼ਬਦ ਹੋਣਾ ਚਾਹੀਦਾ, ਜੋ ਕਿ ਵੇਦਮਤ ਜਾਂ ਗੁਰਮਤਿ ਵਿੱਚ ਜੋ ਗੁਰਬਾਣੀ ਹੈ, ਇਹਨੂੰ ਵੇਦਬਾਣੀ ਵੀ ਕਿਹਾ ਹੈ, ਇਹਦੇ ਵਿੱਚ ਉਹ ਗਿਆਨ ਪਾਇਆ ਹੁੰਦਾ। ਪਰ ਉਹ ਲਿਖਿਆ ਜਿਹੜਾ ਗਿਆਨ ਹੈ ਉਹ ਕਾਫੀ ਨਿਰਾਲੇ ਪੱਧਰ 'ਤੇ ਲਿਖਿਆ ਹੁੰਦਾ। ਉਹ ਚੇਤਨ ਵਾਸਤੇ ਹੁੰਦਾ। ਜੇ ਜੜ ਚੇਤਨ ਦਾ ਸਾਨੂੰ ਨਹੀਂ ਪਤਾ ਲੱਗਿਆ, ਫਿਰ ਸਾਨੂੰ ਗੁਰਬਾਣੀ ਦੇ ਅਰਥ ਨਹੀਂ ਸਮਝ ਆ ਸਕਦੇ। ਨਾਨਕ ਹਰਿ ਕੀ ਭਗਤੀ ਨਿਰਾਲੀ, ਜਿਹੜੀ ਹਰ ਨੇ ਹਰੀ ਦੀ ਉਹ ਆਪਣੀ ਭਗਤੀ ਕਰਨੀ ਅੱਗੇ, ਉਹ ਨਿਰਾਲੀ ਹੈ। ਗੁਰਮੁਖ ਵਿਰਲੇ ਕੀਜੈ, ਕਿਸੇ ਵਿਰਲਿਆਂ ਨੇ ਕੀਤੀ ਹੈ, ਉਹ ਗੁਰਮੁਖਾਂ ਨੂੰ ਭਗਤ ਕਿਹਾ ਜਾਂਦਾ। ਉਹਨਾਂ ਨੂੰ ਗੁਰੂ ਨਹੀਂ ਕਿਹਾ ਜਾਂਦਾ। ਗੁਰੂ ਤੋਂ ਤਾਂ ਦਾਤ ਮਿਲਦੀ ਹੈ। ਗੁਰੂ ਤੋਂ ਦਾਤ ਲੈਣ ਲਈ ਗੁਰਮੁਖ ਹੋਣਾ ਪੈਂਦਾ। ਗੁਰਮੁਖ ਹੈ, ਸਾਰੇ ਹੀ ਸੱਚਖੰਡ ਜੋ ਹੈ ਉਹ ਸਾਰਾ ਗੁਰਮੁਖਾਂ ਦਾ ਹੀ ਹੈ, ਜਾਂ ਭਗਤਾਂ ਦਾ ਹੀ ਹੈ, ਜਾਂ ਪ੍ਰਭ ਦਾ ਹੀ ਹੈ। ਉਹ ਪ੍ਰਭਪੁਰਬੀ ਉਹਨੂੰ ਕਹਿੰਦੇ ਹਾਂ ਕਿ ਉਹ ਤਾਂ ਪ੍ਰਭ ਦੀ ਪੁਰੀ ਹੈ, ਜਿਹੜੇ ਪੂਰਨ ਪ੍ਰਭ ਨੇ। ਇੱਕ ਦਿਲ ਪਿਆਰਾ ਵੀਸਰੈ, ਭਗਤੀ ਕਿ ਨਹੀਂ ਹੋਏ। ਇਹ ਭਗਤੀ ਨਹੀਂ ਮੰਨੀ ਜਾਂਦੀ ਜੇ ਸ਼ਬਦ ਔਰ ਸੁਰਤ ਦਾ ਮੇਲ ਨਹੀਂ ਹੋਇਆ। ਸ਼ਬਦ ਸੁਰਤ ਸਮਾਈ ਰਹਿੰਦੀ ਹੈ, ਇਹੀ ਭਗਤੀ ਦੀ ਨਿਸ਼ਾਨੀ ਹੈ। ਪਰ ਉਸ ਲਈ ਆਪਾਂ ਨੂੰ ਪਹਿਲਾਂ ਨਾਉ ਚਾਹੀਦਾ ਹੈ। ਨਾਉ ਜਪ ਕੇ ਫਿਰ ਆਪਾਂ ਭਗਤੀ ਦੀ ਜਿਹੜੀ ਅਵਸਥਾ ਹੈ ਉਹਦੇ 'ਤੇ ਪਹੁੰਚਦੇ ਹਾਂ। ਇਹ ਜੋ ਗੱਲ ਹੈ ਇਹਦਾ ਹੋਰ ਵੀ ਵਿਸਤਾਰ ਜਗ੍ਹਾ ਜਗ੍ਹਾ ਹੋਇਆ। ਇਹ ਭਗਤੀ ਜੋ ਹੈ ਇਹ ਗੁਰਮਤਿ ਨੇ ਨਹੀਂ ਮੰਨੀ। ਮੂੰਹ ਤੋਂ ਕੋਈ ਚੀਜ਼ ਉਚਰਨੀ ਜਾਂ ਕੋਈ ਨਾਮ ਬਾਰ ਬਾਰ ਉਹਨੂੰ ਰੈਪੀਟੇਸ਼ਨ 'ਚ ਲਿਆਉਣਾ, ਇਹਨੂੰ ਭਗਤੀ ਨਹੀਂ ਮੰਨਿਆ। ਉਹਨੂੰ ਤਾਂ ਜਪ ਵੀ ਨਹੀਂ ਮੰਨਿਆ। ਅਸੀਂ ਉਹਨੂੰ ਜਪ ਵੀ ਕਹੀ ਜਾਂਦੇ ਹਾਂ, ਸਿਮਰਨ ਵੀ ਕਹੀ ਜਾਂਦੇ ਹਾਂ, ਕਿਉਂਕਿ ਅਸੀਂ ਗੁਰਬਾਣੀ ਤੋਂ ਨਹੀਂ ਪੜ੍ਹਦੇ। ਗੁਰਮਤਿ ਨੇ ਜੋ ਫੈਸਲਾ ਦਿੱਤਾ ਉਹ ਆਪਣੇ ਸਾਹਮਣੇ ਹੈ। ਜੋਗੀ ਗੋਰਖ ਗੋਰਖ ਕਰੈ। ਉਹ ਗੋਰਖ ਪਤਾ ਨਹੀਂ ਕਿਹਨੂੰ ਕਹਿੰਦਾ, ਉਹਨੂੰ ਤਾਂ ਆਪ ਵੀ ਨਹੀਂ ਪਤਾ ਵੀ ਗੋਰਖ ਕੌਣ ਹੈ। ਹਿੰਦੂ ਰਾਮ ਨਾਮ ਉਚਰੈ। ਹਿੰਦੂ ਜੋ ਹੈ ਰਾਮ ਵਰਡ ਰਿਪੀਟ ਕਰੀ ਜਾਂਦੇ ਨੇ। ਰਾਮ ਵਰਡ ਰਿਪੀਟ ਕਰਨ ਦਾ ਵਿਸ਼ਾ ਨਹੀਂ ਹੈ, ਰਾਮ ਜਪਣ ਦਾ ਵਿਸ਼ਾ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰੀ ਜੈਸੇ। ਰਾਮ ਹੈ, ਹਰੀ ਹੈ। ਉਹ ਮਨ ਨੇ ਜਪਣਾ ਹੁੰਦਾ, ਔਰ ਜਪ ਕੇ ਮਨ ਦੇ ਜੋ ਅੰਦਰ ਮੂਲ ਹੈ ਉਹਦੇ ਵਿੱਚ ਸਮਾ ਜਾਂਦਾ। ਉਹ ਜਪ ਦਾ ਮਤਲਬ ਹੈ ਜਾਣਕਾਰੀ ਲੈਣਾ। ਮੂਲ ਦੇ ਗੁਣ ਪ੍ਰਾਪਤ ਕਰਨੇ ਜੋ ਹਨ, ਮੂਲ ਦੇ ਗੁਣਾਂ ਦੀ ਜਾਣਕਾਰੀ ਲੈਣਾ ਜੋ ਹੈ ਉਹ ਜਪ ਹੈ। ਮੁਸਲਮਾਨ ਕਾ ਏਕ ਖੁਦਾ ਹੈ। ਮੁਸਲਮਾਨ ਵੀ ਇੱਕ ਅੱਖਰ 'ਚ ਫਸ ਗਿਆ। ਤਿੰਨ ਮੱਤਾਂ 'ਤੇ ਹੀ ਬਹੁਤਾ ਗੁਰਬਾਣੀ ਦਾ ਚੱਲਦਾ। ਇਹ ਪੌੜੀ ਵਿੱਚ ਵੀ ਤਿੰਨੇ ਮੱਤਾਂ ਦਾ ਜ਼ਿਕਰ ਆਏਗਾ। ਜੋਗੀ ਆਪਣੇ ਆਪ ਨੂੰ
ਮੁਕਤ ਮੰਨਦੇ ਸੀ, ਹਿੰਦੂ ਵੀ ਕਹਿੰਦੇ ਸੀ ਸਾਡੇ ਕੋਲ ਵੀ ਮੁਕਤੀ ਹੈ, ਮੁਸਲਮਾਨ ਵੀ ਕਹਿੰਦੇ ਸੀ। ਪਰ ਕਬੀਰ ਜੀ ਨੇ ਕਿਹਾ ਵੀ ਆਹ ਜੋ ਗੱਲ ਥੱਲੇ ਹੈ, ਕਬੀਰ ਕਾ ਸੁਆਮੀ ਰਹਾ ਸਮਾਏ, ਪਾਰ ਬ੍ਰਹਮ ਦੀ ਗੱਲ ਅੱਜ ਤਾਈਂ ਕਿਸੇ ਨੇ ਨਹੀਂ ਸੀ ਦੱਸੀ। ਇਹਦਾ ਮਤਲਬ ਉਹਨਾਂ ਦੀਆਂ ਭਗਤੀਆਂ ਸ਼ੁਰੂ ਵੀ ਨਹੀਂ ਸੀ ਹੋਈਆਂ। ਅਸੀਂ ਵੀ ਜਿਹਨੂੰ ਭਗਤੀ ਮੰਨਿਆ ਹੋਇਆ ਕੋਈ ਸ਼ਬਦ ਰਟਣ ਨੂੰ, ਉਹ ਸਾਨੂੰ ਛੱਡਣੀ ਪਏਗੀ। ਜੋ ਗੁਰਮਤਿ ਦਾ ਉਪਦੇਸ਼ ਹੈ ਉਹ ਸਾਨੂੰ ਸਮਝਣਾ ਪਏਗਾ, ਫਿਰ ਮੰਨਣਾ ਪਏਗਾ। ਹੁਣ ਜੋ ਅਗਲਾ ਇਹਦਾ ਚਰਨ ਹੈ ਪੌੜੀ ਦਾ, ਉਹ ਹੈ ਸਵਸਤ ਆਥ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨ ਚਾਓ। ਮਨ ਜੋ ਹੈ ਉਹ ਚੇਤਨ ਹਸਤੀ ਹੈ। ਮਨ ਨੂੰ ਅਸਤ ਕਰਨ ਲਈ ਕੋਈ ਧਨ ਚਾਹੀਦਾ ਹੈ। ਇਹਦਾ ਮੋਟਾ ਜਿਹਾ ਅਰਥ ਇਹ ਬਣਦਾ ਹੈ। ਆਥ ਧਨ ਨੂੰ ਕਹਿੰਦੇ ਹਨ, ਉਹਦੇ ਬਾਰੇ ਆਪਾਂ ਵਿਸਤਾਰ ਕਰ ਲੈਂਦੇ ਹਾਂ ਕਿ ਅੱਗੇ ਆਥ ਦਾ ਅਰਥ ਕੀ ਬਣਦਾ ਹੈ। ਇਹ ਆਪਾਂ ਪੰਕਤੀ ਜੇ ਕਹੀਏ, ਸਮਝਣ ਦੀ ਕੋਸ਼ਿਸ਼ ਕਰੀਏ, ਜਪਣ ਦੀ ਕੋਸ਼ਿਸ਼ ਕਰੀਏ। ਅੰਮ੍ਰਿਤ ਬੂੰਦ ਸੁਹਾਣੀ ਹੀਰੇ। ਇਹ ਜੋ ਅੰਮ੍ਰਿਤ ਬੂੰਦ ਹੈ, ਇਹ ਹਿਰਦੇ ਦੇ ਵਿੱਚ ਹੈ। ਗੁਰ ਮੋਹੀ ਮਨ, ਇਹ ਜੋ ਵਿਚਾਰ ਹੈਗਾ, ਇਹਨੇ ਹੀ ਅੰਮ੍ਰਿਤ ਬੂੰਦ ਦਾ ਰੂਪ ਲੈਣਾ। ਗੁਰ ਤੇ ਸਿਆਰੀ ਹੈ, ਉਹਨੇ ਮਨ ਨੂੰ ਮੋਹ ਲਿਆ। ਮਨ ਵੈਸੇ ਮਾਇਆ 'ਚ ਵੀ ਮੋਹਿਆ ਜਾਂਦਾ, ਜ਼ਿਆਦਾਤਰ ਮਾਇਆ 'ਚ ਮੋਹਿਆ ਜਾਂਦਾ, ਪਰ ਜਦੋਂ ਇਹਦੇ ਕੋਲ ਸਵਸਤ ਆਥ ਹੋਵੇ, ਇਹਦੇ ਕੋਲ ਉਹ ਧਨ ਹੋਵੇ ਜਿਹੜਾ ਗੁਰ ਕੋਲ ਹੈ, ਗੁਰ ਦੀ ਇਹ ਵਿਚਾਰ ਕਰ ਲਵੇ ਉਸ ਗਿਆਨ ਦੀ, ਤਾਂ ਇਹਦਾ ਮਨ ਫਿਰ ਮੋਹਿਆ ਜਾਂਦਾ। ਪਰ ਮੋਹਿਆ ਆਪਣੇ ਮੂਲ ਨਾਲ ਜਾਂਦਾ, ਨਾ ਕਿ ਮਾਇਆ ਵੱਲ ਜਾਂਦਾ। ਜਿੱਥੋਂ ਇਹ ਪੈਦਾ ਹੋਇਆ ਉਹ ਇਹਦਾ ਪਿਤਾ ਹੈ। ਹਰੀ ਰਸ ਲੀਣਾ, ਉਸ ਤੋਂ ਬਾਅਦ ਇਹਨੂੰ ਹਰੀ ਰਸ ਮਿਲਦਾ। ਗੁਰਮੋਹੀ ਮਨ ਤਾਂ ਦੋ ਪਦਾਰਥ ਮਿਲ ਰਹੇ ਨੇ। ਆਪਾਂ ਬਾਰ-ਬਾਰ ਇਹ ਗੱਲਾਂ ਰਿਪੀਟ ਕਰਦੇ ਹਾਂ, ਕਿਉਂਕਿ ਕਿਸੇ ਟੀਕੇ ਵਿੱਚ ਇਹ ਗੱਲਾਂ ਲਿਖੀਆਂ ਹੀ ਨਹੀਂ ਹੈ ਕਿ ਚਾਰ ਪਦਾਰਥ ਕੀ ਹਨ। ਜੇ ਹੈ ਤਾਂ ਧਰਮ ਅਰਥ ਕਾਮ ਮੋਖ, ਉਹ ਤਾਂ ਦੋ ਪਦਾਰਥ ਨੇ। ਜੇ ਅਸੀਂ ਧਰਮ ਅਰਥ ਕਾਮ ਮੋਖ ਨੂੰ ਮੰਨਾਂਗੇ, ਫਿਰ ਪਰਮੇਸ਼ਰ ਨਹੀਂ ਮੰਨਿਆ ਜਾ ਸਕਦਾ। ਗੁਰਬਾਣੀ ਜੋ ਹੈ, ਪੋਥੀ ਪਰਮੇਸ਼ਰ ਦਾ ਥਾਨ ਹੈ। ਪਰਮੇਸ਼ਰ ਦੇ ਨਾਲ ਕਿਵੇਂ ਜੁੜਾਂਗੇ? ਉਹ ਹੈਗਾ ਹਰੀ ਰਸ ਲੀਣਾ। ਉਹ ਪਰਮੇਸ਼ਰ ਹਰੀ ਰਸ ਦਿੰਦਾ ਫਿਰ। ਸੋ ਇਸ ਤਰ੍ਹਾਂ ਬਾਣੀ ਦੇ ਜੇ ਅਸੀਂ ਅਰਥ ਸਮਝਾਂਗੇ ਵੀ ਕਿੰਨੇ ਪੜਾਅ ਹਨ। ਆਥ ਦਾ ਜਿਹੜਾ ਮੋਟਾ ਜਿਹਾ ਅਰਥ ਹੈ ਵੀ ਧਨ ਹੈ, ਦੌਲਤ ਹੈ। ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ। ਇਹ ਨੋਨ ਸਪਿਰਚੁਅਲ ਵੀ ਹੋ ਸਕਦੀ ਹੈ, ਸਪਿਰਚੁਅਲ ਵੀ ਹੋ ਸਕਦੀ ਹੈ। ਗੁਰਬਾਣੀ ਵਿੱਚ ਦੋਹਾਂ ਦਾ ਵਿਸਤਾਰ ਹੈ। ਇੱਕ ਨੂੰ ਸਾਚਾ ਧਨ ਕਿਹਾ, ਜਿਹੜਾ ਕਿ ਸਾਨੂੰ ਸੱਚਖੰਡ ਲੈ ਜਾਂਦਾ, ਉਹ ਗੁਰਮਤਿ ਵਿੱਚ ਹੈ। ਸਾਚਾ ਧਨ ਗੁਰਮਤੀ ਪਾਏ, ਉਹ ਗੁਰਬਾਣੀ 'ਚ ਹੈ। ਇਹਨੂੰ ਖੋਜਣਾ ਪੈਂਦਾ। ਇਹਦੇ ਤੋਂ ਉਹ ਧਨ ਮਨ ਨੇ ਕਿ ਇਕੱਠਾ ਕਰਨਾ ਹੈ, ਉਹ ਉਹਨਾਂ ਨੂੰ ਗੁਣੇ ਕਿਹਾ ਹੋਇਆ। ਕਾਚਾ ਧਨ ਫੁਨਾਵੇ ਜਾਏ, ਜਿਹਦੇ ਕੋਲ ਕਾਚਾ ਧਨ ਹੈ, ਜਿਹੜੀ ਆਪਾਂ ਵਰਲਡਲੀ ਰਿਚਿਸ ਦੇਖਦੇ ਹਾਂ ਵੀ ਕਿਸੇ ਕੋਲ ਜ਼ਿਆਦਾ ਮਾਇਆ ਹੋ ਗਈ, ਕੋਈ ਹੋਰ ਰਿਸੋਰਸ ਹੋ ਗਏ, ਉਹ ਆਉਣ ਜਾਣ ਦੇ ਚੱਕਰ ਤੋਂ ਨਹੀਂ ਬਚ ਸਕਦਾ। ਉਹਦੇ ਲਈ ਸਾਚਾ ਧਨ ਚਾਹੀਦਾ। ਉਹੀ ਸਵਸਤ ਆਥ ਹੈ। ਉਹ ਕਿੱਥੋਂ ਪ੍ਰਾਪਤ ਹੁੰਦਾ ਹੈ? ਕਬੀਰ ਜੀ ਨੇ ਵੀ ਦੱਸਿਆ, ਕਹੇ ਕਬੀਰ ਮਨ ਭਇਆ ਪ੍ਰਗਾਸਾ। ਜਦੋਂ ਪ੍ਰਾਪਤ ਹੋ ਜਾਂਦਾ, ਮਨ ਦੇ ਅੰਦਰ ਪ੍ਰਗਾਸ ਹੋ ਜਾਂਦਾ। ਅਸੀਂ ਪ੍ਰਗਾਸ ਸ਼ਬਦ ਨੂੰ ਨਹੀਂ ਸਮਝਿਆ। ਅਸੀਂ ਕਹੀ ਜਾਂਦੇ ਹਾਂ ਜੀ ਪ੍ਰਕਾਸ਼ ਕਰਨਾ ਜੀ ਸਵੇਰੇ। ਪ੍ਰਕਾਸ਼ ਤਾਂ ਮਾਇਆ ਦੀ ਗੱਲ ਹੈ। ਮਨ ਦੇ ਵਿੱਚ ਪ੍ਰਗਾਸ ਹੋਏਗਾ। ਗੁਰਬਾਣੀ ਵੀ ਗੱਗੇ ਨਾਲ ਹੈ, ਪ੍ਰਗਾਸ ਵੀ ਗੱਗੇ ਨਾਲ ਹੈ। ਗੁਰਬਾਣੀ ਪ੍ਰਗਾਸ ਕਰੇਗੀ ਮਨ ਦੇ ਅੰਦਰ। ਉਦੇ ਭਾਨ ਜਬ ਚੀਨਾ, ਇਹ ਭਾਨ ਕੋਈ ਬਾਹਰ ਸੂਰਜ ਨਹੀਂ ਹੈ, ਅੰਦਰ ਹੀ ਸਾਡੇ ਸੂਰਜ ਹੈ। ਜਦੋਂ ਖੋਜਿਆ ਉਹਨੂੰ, ਮਨ ਬੁੱਧੀ ਨੇ ਮਿਲ ਕੇ ਜਦੋਂ ਖੋਜਿਆ ਤਾਂ ਮੰਤ ਪ੍ਰਗਾਸ ਹੋਇਆ। ਇਹ ਗੁਰਮਤਿ ਨੇ ਸਾਨੂੰ ਨੇਮ ਦ੍ਰਿੜ ਕਰਾਇਆ ਬਾਰ-ਬਾਰ। ਦੂਸਰੀ ਜਗ੍ਹਾ ਕਹਿੰਦੇ ਕਹੀ ਨਾ ਉਪਜੈ ਉਪਜੀ ਜਾਣਾ। ਜੋ ਤਾਂ ਗੁਰਬਾਣੀ 'ਚ ਕਿਹਾ ਹੈ, ਉਹ ਤਾਂ ਅਸੀਂ ਰਹਿਤ ਛੱਡੇ ਦਿੱਤੀ ਹੈ। ਇੱਕ ਮਰਿਆਦਾ ਬਣਾ ਲਈ ਹੈ, ਜਿਹਦੇ ਨਾਲ ਕਿ ਇੱਕ ਗਰੁੱਪ ਬਣ ਜਾਂਦਾ। ਉਹ ਗਰੁੱਪ ਫਿਰ ਅੱਗੇ ਫਾਈਨੈਂਸ਼ਲੀ ਲੋਕਾਂ ਨੂੰ ਐਕਸਪਲੋਇਟ ਕਰਦਾ। ਲੋਕ ਡਰੇ ਹੁੰਦੇ ਆ, ਉਹ ਜਾ ਕੇ ਮਾਇਆ ਚੜ੍ਹਾਈ ਜਾਂਦੇ ਆ। ਉਹ ਜਿਹੜੇ ਆ ਕੋਲ ਮਾਇਆ ਜਾਂਦੀ ਹੈ, ਉਹਦਾ ਮਿਸਯੂਜ਼ ਕਰਦੇ ਆ। ਫਿਰ ਅਸੀਂ ਬਾਅਦ 'ਚ ਰੌਲਾ ਪਾਈ ਜਾਂਦੇ ਹਾਂ ਵੀ ਅਸੀਂ ਇਹ ਕਿਉਂ ਕੀਤਾ, ਅਸੀਂ ਗੁਰਦੁਆਰੇ ਕਿਉਂ ਬਣਾਏ। ਇਹ ਗੱਲ ਪਹਿਲਾਂ ਹੀ ਦੱਸੀ ਹੋਈ ਭਗਤਾਂ ਨੇ ਕਿ ਗੁਰਬਾਣੀ ਸਮਝਣ ਲਈ ਆਪ ਉਪਰਾਲਾ ਕਰੋ। ਉਪਜੀ ਜਾਣਾ, ਇਹ ਕਿਤੋਂ ਇੱਧਰੋਂ ਉੱਧਰੋਂ ਸੁਣ ਕੇ ਉਹ ਧਰਮ ਮੰਨ ਲਿਆ। ਨਾਨਕ ਜੀ ਗੁਰੂ ਹਨ। ਗੁਰਬਾਣੀ 'ਚ ਤਾਂ ਇੱਕ ਜਗ੍ਹਾ ਵੀ ਨਹੀਂ ਲਿਖਿਆ ਵੀ ਉਹ ਗੁਰੂ ਹਨ। ਸ਼ਬਦ ਨੂੰ ਗੁਰੂ ਕਿਹਾ। ਗੁਰ ਕਾ ਸ਼ਬਦ ਜੋ ਹੈ ਉਹ ਗੁਰਬਾਣੀ ਹੈ। ਉਹ ਗਿਆਨ ਦਿੰਦੀ ਹੈ, ਨਾਮ ਨਹੀਂ ਦਿੰਦੀ। ਨਾਮ ਜੋ ਹੈ ਪਰਮੇਸ਼ਰ ਦਿੰਦਾ। ਇਹ ਪਰਮੇਸ਼ਰ ਦੇ ਦਰ ਤੱਕ ਲੈ ਜਾਂਦੀ ਹੈ, ਸਾਨੂੰ ਸਚਿਆਰਾ ਕਰਦੀ ਹੈ। ਇਹ ਜੋ ਹੈ ਭਾਵ ਵੀ ਹੋਣਾ। ਸਾਨੂੰ ਭਾਵ ਔਰ ਭਾਵ ਦਾ ਹੀ ਨਹੀਂ ਪਤਾ ਕਿ ਕਿਹੜੀ ਚੀਜ਼ ਸੱਚ ਹੈ, ਕਿਹੜੀ ਚੀਜ਼ ਝੂਠ ਹੈ। ਅੱਜ ਵੀ ਅਸੀਂ ਪੈਸੇ ਨੂੰ ਅਮੀਰੀ ਗਿਣਦੇ ਹਾਂ। ਜਿਹਦੇ ਕੋਲ
कोई स्पिरिचुअल नॉलेज होवे, जिन्हें कि बहुत सिंपल जिंदगी जी होवे, ਉਹਦੇ ਸਾਡੇ ਤੇ ਕੋਈ ਇੰਪ੍ਰੈਸ਼ਨ ਹੀ ਨਹੀਂ ਪੈਂਦਾ ਉਹਦਾ। ਉਦੇ ਅਸਤ ਕੀ ਮਨ ਉਹਦੇ ਨਸ ਸੀ। ਇੱਕ ਉਦੇ ਅਸਤ ਰਹਿੰਦਾ ਸੀ ਮਨ, ਇਹਨੂੰ ਪਤਾ ਹੀ ਨਹੀਂ ਸੀ ਵੀ ਮੈਂ ਚੁੱਪ ਹੋਣਾ। ਉਹ ਧਨ ਤਾਂ ਕਿਤੋਂ ਹੋਰ ਮਿਲਣਾ ਸੀ। ਉਹ ਨਾ ਤਾਂ ਸਿਮਰਤ ਸ਼ਾਸਤਰ 'ਚ ਹੈ, ਨਾ ਕਿਤੇ ਦੁਨਿਆਵੀ ਪੜ੍ਹਾਈ 'ਚ ਹੈ। ਉਹ ਸਿਰਫ ਵੇਦ ਮਤ 'ਚ ਹੁੰਦਾ, ਕਿਉਂਕਿ ਵੇਦ ਜੋ ਹੈ ਉਹ ਪਰਮੇਸ਼ਰ ਨੇ ਆਪ ਭੇਜੇ ਹੁੰਦੇ ਨੇ। ਸੋ ਉਹ ਬੁੱਧ ਨਾਸੀ ਜਦੋਂ ਨਾਸ ਗਈ ਤਾਂ ਸਦਾ ਸਹਿਜ ਲਿਵ ਲੀਣਾ, ਸਹਿਜ ਹੋ ਜਾਂਦਾ ਫਿਰ ਮਨ। ਫਿਰ ਇਹਦੀ ਲਿਵ ਲੱਗਦੀ ਹੈ ਆਪਣੇ ਮੂਲ ਨਾਲ, ਆਪਣੇ ਅੰਦਰ ਹੀ ਲੱਗਦੀ ਹੈ। ਇਹਦੇ ਲਈ ਸੋਰਸ ਚਾਹੀਦਾ। ਇਹ ਆਪਾਂ ਪੜ੍ਹਦੇ ਹਾਂ, ਲਾਵਾਂ ਵਿੱਚ ਪੜ੍ਹਿਆ ਜਾਂਦਾ, ਪਰ ਕਦੇ ਕਿਸੇ ਨੇ ਵਿਚਾਰਿਆ ਨਹੀਂ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਗੁਰਬਾਣੀ ਸਾਨੂੰ ਧਰਮ ਦ੍ਰਿੜ ਕਰਨ ਲਈ ਦਿੱਤੀ ਹੋਈ ਹੈ, ਮੱਥੇ ਟੇਕਣ ਲਈ ਨਹੀਂ ਸੀ ਦਿੱਤੀ। ਅਸੀਂ ਮੱਥਾ ਟੇਕਣ ਨੂੰ ਧਰਮ ਸਮਝਿਆ ਹੋਇਆ, ਇਹ ਗੱਲ ਨਹੀਂ ਸੀ। ਬਾਣੀ ਬ੍ਰਹਮਾ ਵੇਦ ਹੈ, ਜਿਹੜੀ ਬਾਣੀ ਹੈ ਬ੍ਰਹਮਾ ਦਾ ਵੇਦ, ਜਿਹਨੂੰ ਮੰਨਿਆ ਹੋਇਆ ਕਿਸੇ ਹੋਰ ਮੱਤ 'ਚ, ਇਹ ਉਹੀ ਹੈ। ਇਹ ਅਸਲ 'ਚ ਕਿਹਦਾ ਵੇਦ ਹੈ ਉਹ ਵੀ ਗੁਰੂ ਨਾਨਕ ਜੀ ਦੱਸਣਗੇ। ਪਾਪ ਤਜਾਇਆ, ਇਹਦੇ ਨਾਲ ਕੀ ਹੁੰਦਾ ਵੀ ਮਨ ਜਿਹੜਾ ਹੈਗਾ ਉਹ ਆਪਣੀ ਭਰਮ ਨੂੰ ਛੱਡਦਾ। ਉਹ ਹੁਕਮ ਨੂੰ ਵੀ ਮੰਨੀ ਜਾਂਦਾ, ਪਾਪ ਪੁੰਨ ਨੂੰ ਵੀ ਮੰਨੀ ਜਾਂਦਾ। ਦੋਹੇ ਚੀਜ਼ਾਂ ਪੈਰਲਲ ਨਹੀਂ ਹੈ। ਜੇ ਹੁਕਮ ਹੈ ਤਾਂ ਪਾਪ ਪੁੰਨ ਨਹੀਂ ਹੈ, ਜੇ ਪਾਪ ਪੁੰਨ ਹੈ ਫਿਰ ਹੁਕਮ ਨਹੀਂ ਹੈ। ਇਹ ਗੱਲਾਂ ਤੋਂ ਫਿਰ ਉੱਪਰ ਉੱਠਦਾ ਇਹੀ ਪਾਪ ਹੈ, ਜੋ ਭਰਮ ਹੈ ਇਹੀ ਪਾਪ ਹੈ। ਤਜਾਇਆ, ਇਹਦਾ ਰਾਮ ਜਿਹੜਾ ਹੈ ਇਹ ਬਲੀ ਹੋ ਜਾਂਦਾ। ਇਹਨੂੰ ਇਹ ਸਵਸਤ ਆਥ ਕਿਹਾ ਹੋਇਆ। ਦੂਸਰੀ ਜਿਹੜੀ ਸਾਡੀ ਸਭ ਤੋਂ ਵੱਡੀ ਸਮੱਸਿਆ ਉਹ ਦੁਰਮਤ ਹੈ, ਜਿਹੜੀ ਅਸੀਂ ਲਈ ਹੋਈ ਹੈ, ਜਾਂ ਜਿਹੜੀਆਂ ਸਾਡੀਆਂ ਪੁਸਤਕਾਂ ਹਨ, ਜਿਹੜੀਆਂ ਸਾਡੀਆਂ ਹਿਸਟੋਰੀਕਲ, ਜਿਹਨਾਂ ਨੂੰ ਅਸੀਂ ਗ੍ਰੰਥ ਮੰਨਦੇ ਹਾਂ, ਉਹਨਾਂ ਨੂੰ ਅਸੀਂ ਗ੍ਰੰਥ ਜ਼ਰੂਰ ਮੰਨਦੇ ਹਾਂ ਕਿਉਂਕਿ ਉਹ ਇੱਕੇ ਹੀ ਸ਼ਖਸੀਅਤ ਦੇ ਲਿਖੇ ਹੋਏ ਹਨ, ਅਤੇ ਉਹਨਾਂ ਵਿੱਚ ਸਾਨੂੰ ਕੁਛ ਨਹੀਂ ਲੱਭਦਾ। ਕਬੀਰ ਜੀ ਨੇ ਕਿਹਾ ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰ ਹੀ ਕਾਨਾ। ਅਸੀਂ ਦੂਜੀ ਬਾਤ 'ਚ ਫਸੇ ਹੋਏ ਹਾਂ, ਉਹ ਦੁਰਮਤ ਹੈ। ਪੰਚਮ ਪਾਤਸ਼ਾਹ ਕਹਿੰਦੇ ਵੀ ਦੁਰਮਤ ਜਦ ਤੱਕ ਨਹੀਂ ਬਿਣਸਦੀ, ਕਬੁੱਧ ਦਾ ਨਾਸ ਨਹੀਂ ਹੋ ਸਕਦਾ। ਜਿਹੜੀ ਕਬੁੱਧ ਹੈ ਇਹਨੇ ਸਾਨੂੰ ਫਸਾਇਆ ਹੋਇਆ, ਉਹ ਅਸੀਂ ਦੁਰਮਤ 'ਚੋਂ ਲਈ ਹੈ। ਸੱਚ ਕਰ ਬੈਸ ਰਹੇ, ਜਦ ਕਬੁੱਧ ਚਲੇਗੀ ਫਿਰ ਹਿਰਦੇ 'ਚ ਮਨ ਆ ਜਾਂਦਾ, ਗੁਣ ਗਾਏ ਮਨ ਆਪਣੇ ਮੂਲ ਦੇ ਗੁਣ ਗਾਏ। ਨਾਨਕ ਬਿਨ ਸੈ ਕੂੜਾ ਜੀਓ, ਫਿਰ ਨੂੰ ਸਾਰਾ ਸੰਸਾਰ ਜੋ ਹੈ ਉਹ ਕੂੜਾ ਦਿਖਦਾ। ਉਸ ਸਮਝ ਤੋਂ ਪਹਿਲਾਂ ਨਹੀਂ ਦਿਖਦਾ, ਫਿਰ ਉੱਪਰ ਉੱਠਦਾ। ਉੱਪਰ ਉੱਠਣਾ ਹੀ ਧਰਮ ਹੈ। ਕਬੁੱਧ ਚਬਾਵੈ, ਇਹ ਸਵਾਲ ਹੈ ਸਿੱਧ ਗੋਸ਼ਟ ਵਿੱਚ। ਸੋ ਕਿਤ ਠਾਏ, ਪੁੱਛਦੇ ਹਾਂ ਜੋਗੀ ਵੀ ਕਬੁੱਧ ਨੂੰ ਚਬਾਇਆ ਕਿਵੇਂ ਜਾ ਸਕਦਾ, ਇਹਦਾ ਨਾਸ਼ ਕਿਵੇਂ ਹੋ ਸਕਦਾ। ਫਿਰ ਜਵਾਬ ਦਿੱਤਾ ਜਾ ਰਿਹਾ, ਕਬੁੱਧ ਮਿਟੈ ਗੁਰ ਸ਼ਬਦ ਵਿਚਾਰ। ਗੁਰ ਕਾ ਸ਼ਬਦ ਚਾਹੀਦਾ, ਗੁਰਬਾਣੀ ਗੁਰ ਕਾ ਸ਼ਬਦ ਹੈ ਔਰ ਇਹਦੀ ਵਿਚਾਰ ਚਾਹੀਦੀ ਹੈ। ਇਹ ਇਕੱਲਾ ਕਿਸੇ ਹਾਰਮੋਨੀਅਮ 'ਤੇ ਗਾਉਣ ਨਾਲ ਜਾਂ ਜੋ ਮਰਜ਼ੀ ਕਰ ਲਈ ਆਪਾਂ ਉਹਦੇ ਨਾਲ ਨਹੀਂ ਹੈ। ਮਨ ਨੂੰ ਉਸ ਗੱਲ ਨਾਲ ਐਗਰੀ ਹੋਣਾ ਪੈਂਦਾ। ਜਦੋਂ ਮਨ ਐਗਰੀ ਹੁੰਦਾ ਫਿਰ ਇਹ 'ਚ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਉਹ ਗੁਣ ਜੋ ਹੈ ਉਹੀ ਇਹਨੂੰ ਮੁਕਤ ਕਰਾ ਦਿੰਦੇ ਨੇ। ਸਵਾਦ ਸਨਾ ਟੋਪ ਮਮਤਾ ਕੋ, ਇਹ ਸਾਡੀ ਹਾਲਤ ਹੈ ਜਿਹੜੀ ਅਸੀਂ ਸਵਾਦ ਹੈ ਜੀਭ ਦੇ, ਇਹ ਜਾਂ ਹੋਰ ਸਾਡੇ ਮਨ ਨੂੰ ਇਹ ਸਨਾਹ ਬਣੀ ਹੋਈ ਹੈ ਸਾਡੀ। ਇਹ ਸ਼ਬਦ ਨੂੰ ਅੰਦਰ ਨਹੀਂ ਜਾਣ ਦਿੰਦੇ ਗਿਆਨ ਨੂੰ। ਟੋਪ ਮਮਤਾ ਕੋ, ਇਹ ਇੱਕ ਦਿਖਾਇਆ ਵੀ ਇਹੋ ਜਿਹਾ ਇੱਕ ਸਿਪਾਹੀ ਹੈ ਮਨ। ਕਬੁੱਧ ਕਮਾਨ ਚੜਾਈ, ਇਹਦੇ ਕੋਲ ਕਮਾਨ ਵੀ ਹੈ, ਟੋਪ ਵੀ ਪਾਇਆ ਹੋਇਆ, ਸਨਾਹ ਵੀ, ਜਿਹਨੂੰ ਆਪਾਂ ਕਹਿੰਦੇ ਆ ਵੀ ਇਹ ਸਾਨੂੰ ਕਿਸੇ ਬਾਹਰਲੇ ਵਾਰ ਤੋਂ ਬਚਾਉਂਦੀ ਹੈ, ਜਿਹੜੀ ਆਪਾਂ ਸਰੀਰ ਦੇ ਖਾਸ ਕਰ ਜਿਹੜਾ ਸਾਡਾ ਕੇਜ ਹੈ ਇਹਦੇ ਉੱਪਰ ਪਾਈ ਦੀ ਹੈ। ਤ੍ਰਿਸ਼ਨਾ ਤੀਰ ਰਹੇ ਘਟ ਪੀਤਰ, ਹਿਰਦੇ 'ਚ ਦਾ ਤ੍ਰਿਸ਼ਨਾ ਇਹ ਉਹਦੇ ਤੀਰ ਚਲਾਈ ਜਾਂਦਾ। ਇਉਂ ਗੜ ਲਿਓ ਨਾ ਜਾਈ, ਇਸ ਤਰ੍ਹਾਂ ਮੁਕਤੀ ਨਹੀਂ ਮਿਲਦੀ। ਸਾਰੀਆਂ ਚੀਜ਼ਾਂ ਛੱਡਣੇ ਪੈਣਗੇ, ਸਵਾਦ ਛੱਡਣੇ ਪੈਣਗੇ, ਮਮਤਾ ਛੱਡਣੀ ਪਊ, ਕਬੁੱਧ ਜੋ ਹੈ ਉਹ ਵੀ ਛੱਡਣੀ ਪਊ, ਤ੍ਰਿਸ਼ਨਾ ਵੀ ਤਿਆਗਣੀ ਪਊ। ਇਹ ਤਿਆਗ ਕੇ ਫਿਰ ਮੁਕਤੀ ਮਿਲਦੀ ਹੈ। ਇਸ ਤਰ੍ਹਾਂ ਹਿਰਦੇ ਵਿੱਚ ਪ੍ਰਵੇਸ਼ ਮਿਲਦਾ। ਇਹ ਗੱਲ ਸਾਨੂੰ ਬਾਰ-ਬਾਰ ਦੜਾਈ ਜਾਂਦੀ ਹੈ। ਇੱਥੇ ਨਾਮੇ ਦੀ ਗੱਲ ਆ ਰਹੀ ਹੈ। ਬਿਨ ਨਾਮ ਹੈ ਧੰਨਵਾਦ ਹੈ, ਵੀ ਕੋਈ ਹੋਰ ਜਿਹਨੂੰ ਧਨ ਮੰਨਿਆ ਹੋਇਆ ਉਹ ਵਾਦ ਵਿਵਾਦ ਦਾ ਵਿਸ਼ਾ ਹੀ ਹੈ, ਉਹ ਛੱਡਣਾ ਪਏਗਾ। ਭੂਲੋ ਮਾਰਗ ਆਥ, ਤਾਂ ਅਸੀਂ ਮਾਰਗ 'ਤੇ ਆਵਾਂਗੇ। ਜੇ ਅਸੀਂ ਕਿਸੇ ਹੋਰ ਚੀਜ਼ ਨੂੰ ਧਨ ਮੰਨਿਆ ਹੈ ਤਾਂ ਅਸੀਂ ਭੁੱਲੇ ਹੀ ਰਹਾਂਗੇ, ਫਿਰ ਸਾਨੂੰ ਅਸਲੀ ਆਥ ਦਾ ਧਨ ਦਾ ਪਤਾ ਨਹੀਂ ਲੱਗੇਗਾ। ਆਥ ਸੈਲ ਨੀਚ ਕਰ ਹੋਏ, ਜਿਹਨੂੰ ਅਸੀਂ ਦੁਨੀਆ ਦੀ ਮਾਇਆ ਕਹਿੰਦੇ ਹਾਂ ਵੀ ਫਲਾਣਾ ਮਿਲੀਅਨੇਅਰ ਹੈ, ਫਲਾਣਾ ਬਿਲੀਅਨੇਅਰ ਹੈ, ਫਲਾਣੀ ਕੰਪਨੀ ਨੇ $80 ਬਿਲੀਅਨ ਬਣਾ ਲਿਆ, ਉਹ ਤਾਂ ਨੀਚ ਘਰ ਹੋਏ ਕਹਿੰਦੇ ਆ। ਉਹ ਹਿਰਦੇ ਦੀ ਗੱਲ ਨਹੀਂ ਹੈ, ਉਹ ਤਾਂ ਨੀਚਾਂ ਕੋਲ ਬਹੁਤ ਹੁੰਦਾ, ਉਹ ਨਹੀਂ ਸਾਨੂੰ ਚਾਹੀਦਾ। ਗੁਰਮਤ ਕੀ ਹੈ? ਗੁਰਮਤ ਉੱਤਮ ਸੰਗ ਸਾਥ, ਹਰੀ ਨਾਮ ਰਸਾਇਣ ਸਹਿਜ ਆਥ। ਇਹ ਸਹਿਜਤਾ ਵਾਲਾ ਆਥ ਹੈਗਾ, ਧਨ ਹੈਗਾ। ਹੁਣ ਆਪਾਂ 21 ਨੰਬਰ ਪੌੜੀ ਦੇ
ਅਗਲੇ ਪੜਾਅ ਤੇ ਪਹੁੰਚਦੇ ਹਾਂ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤੀ ਕਵਣ ਵਾਰ, ਕਵਣ ਸਿਰੁੱਤੀ ਮਹ ਕਵਣ, ਜਿਤ ਹੋਆ ਆਕਾਰ, ਵੇਲ ਨ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੇ ਸੋਈ। ਇੱਥੇ ਹੁਣ ਸਪਿਰਿਚੁਅਲ ਰਿਐਲਿਟੀ ਦਾ ਛੱਡੋ, ਕਹਿੰਦੇ ਜੋ ਫਿਜ਼ੀਕਲ ਰਿਐਲਿਟੀ ਸਾਨੂੰ ਦਿਖ ਰਹੀ ਹੈ ਉਹਦੇ ਬਾਰੇ ਵੀ ਜੀਵ ਨੂੰ ਕੋਈ ਗਿਆਨ ਨਹੀਂ ਹੈ। ਇਹ ਤਿੰਨ ਮੱਤਾਂ ਦਾ ਜ਼ਿਕਰ ਆਪਾਂ ਪਹਿਲਾਂ ਵੀ ਕੀਤਾ, ਤਿੰਨਾਂ ਦਾ ਜ਼ਿਕਰ ਹੁਣ ਆ ਗਿਆ ਕਿ ਕਿਹੜਾ ਵਕਤ ਸੀ, ਕਿਹੜਾ ਵੇਲਾ ਸੀ। ਉਹ ਇੱਕ ਭਾਸ਼ਾ 'ਚ ਉਹਨੂੰ ਵੇਲਾ ਕਹਿੰਦੇ ਆ, ਦੂਏ 'ਚ ਉਹਨੂੰ ਵਕਤ ਕਹਿੰਦੇ ਆ। ਥਿਤ ਕਿਹੜੀ ਸੀ, ਵਾਰ ਕਿਹੜਾ ਸੀ, ਇਹ ਗੁਰਬਾਣੀ ਵਿੱਚ ਪ੍ਰਕਰਣ ਸਾਰੇ ਹੀ ਡਿਸਕਸ ਕੀਤੇ ਹੋਏ ਨੇ, ਪਰ ਉਹ ਪਹਿਲਾਂ ਇਸ ਗੱਲ ਦਾ ਕੁਐਸਚਨ ਰੇਜ਼ ਕਰ ਰਹੇ ਹੈ, ਕਵਣ ਸਿਰੁੱਤੀ ਮਹਾ ਕਵਣ ਜਿਤ ਹੋਆ ਆਕਾਰ। ਕਿਸੇ ਵੀ ਮੱਤ ਨੇ, ਧਰਮ ਨੂੰ ਤਾਂ ਇਹ ਗੱਲ ਪਤਾ ਹੈ ਕਿਉਂਕਿ ਵੇਦ ਧਰਮ 'ਚੋਂ ਹੀ ਸਾਰੀਆਂ ਮੱਤਾਂ ਪੈਦਾ ਹੁੰਦੀਆਂ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰੀ ਕੋ ਨਾਮ ਜਪ, ਗੁਰਬਾਣੀ 'ਚ ਲਿਖਿਆ। ਇਹਦਾ ਮਤਲਬ ਅਸੀਂ ਜੋ ਹੈ ਸ੍ਰੇਸ਼ਟ ਧਰਮ ਚਾਹੁੰਦੇ ਹਾਂ। ਹਾਂ, ਅਸੀਂ ਚਾਹੇ ਉਹਨੂੰ ਕਿੰਨਾ ਕੁ ਖੋਜਿਆ, ਕਿੰਨਾ ਕੁ ਮੰਨਿਆ, ਉਹ ਗੱਲ ਹੋਰ ਹੈ, ਪਰ ਜੋ ਸਾਡਾ ਟੈਕਸਟ ਹੈ ਉਹ ਵੇਦ ਟੈਕਸਟ ਹੈ। ਉਹਦੇ ਵਿੱਚ 35 ਭਗਤਾਂ ਦੀ ਬਾਣੀ ਦਰਜ ਹੈ, ਉਹ ਸਾਰੇ ਮੁਕਤ ਨੇ। ਮੁਕਤ ਨਹੀਂ, ਉਹਨਾਂ ਕੋਲ ਨਾਮ ਪਦਾਰਥ ਵੀ ਹੈ। ਸੋ ਉਹ ਜੋ ਰਚਨਾ ਹੈ ਉਹ ਓਂਕਾਰ ਤੋਂ ਆਈ ਹੈ, ਜੋ ਗੁਰਬਾਣੀ ਹੈ, ਉਹਦੇ ਬਾਰੇ ਵੀ ਜ਼ਿਕਰ ਆਪਾਂ ਕਰ ਲਾਂਗੇ। ਪਰ ਇੱਥੇ ਜੋ ਸਮੱਸਿਆ ਚੱਲ ਰਹੀ ਹੈ ਉਹ ਇਹ ਹੈ ਕਿ ਵੇਲ ਨਾ ਪਾਏ ਆ ਪੰਡਤੀ, ਪੰਡਤੀ ਜਿਨ੍ਹਾਂ ਕੋਲ ਕੇ ਪੁਰਾਣ ਹੁੰਦੇ ਨੇ। ਵੇਦ ਨਹੀਂ ਦੱਸਿਆ, ਗੁਰੂ ਨਾਨਕ ਜੀ ਬੜੇ ਪਰਟੀਕੂਲਰ ਹੈ ਕਿ ਉਹ ਵੇਦ ਕਹਿੰਦੇ ਸੀ ਉਹਨਾਂ ਕੋਲ ਹੈ, ਪਰ ਅਸਲ ਵਿੱਚ ਉਹ ਪੁਰਾਣ ਸੀ ਜਿਹੜੇ ਸਾਨੂੰ ਦੱਸੇ ਜਾਂਦੇ ਆ। ਪੰਡਤ ਕੋਲ ਵੇਦ ਹੈ, ਗੁਰੂ ਨਾਨਕ ਜੀ ਨੇ ਨਹੀਂ ਮੰਨਿਆ, ਨਾ ਸਾਨੂੰ ਮੰਨਣਾ ਚਾਹੀਦਾ। ਜੋ ਤੁਹਾਡੇ ਕੋਲ ਦਿਖਦੇ ਆ ਦੇਵਨਾਗਰੀ ਲਿਪੀ 'ਚ ਲਿਖੀਆਂ ਹੋਈਆਂ ਰਚਨਾਵਾਂ, ਉਹਨਾਂ 'ਚੋਂ ਇੱਕ ਵੀ ਵੇਦ ਨਹੀਂ। ਵਕਤ ਨਾ ਪਾਇਓ ਕਾਦੀਆਂ, ਹੁਣ ਇਹ ਜੱਜੇ ਪੈਰ ਬਿੰਦੀ ਜਿਹੜਾ ਅਸੀਂ ਬੋਲਦੇ ਹਾਂ ਉਹਨੂੰ ਦੱਦੇ ਨਾਲ ਲਿਖਿਆ ਜਾਂਦਾ ਗੁਰਬਾਣੀ 'ਚ। ਕਾਗਦ ਵੀ ਲਿਖਿਆ ਜਾਂਦਾ, ਕਾਦੀਆਂ ਲਿਖਿਆ। ਇੱਕ ਫਿਰਕਾ ਰਹਿੰਦਾ ਕੋਈ ਕਾਦੀਆਂ 'ਚ, ਉਹ ਕਹਿੰਦੇ ਸਾਡੇ ਬਾਰੇ ਕਿਹਾ ਹੋਇਆ। ਸਾਡੀ ਗੁਰਬਾਣੀ ਨੂੰ ਜਿਹੜਾ ਜਿੱਧਰ ਨੂੰ ਜੀ ਕਰਦਾ ਉੱਧਰ ਨੂੰ ਮੋੜ ਦਿੰਦਾ। ਜੇ ਲਿਖਣ ਲੇਖ ਕੁਰਾਨ, ਗੁਰੂ ਨਾਨਕ ਜੀ ਨੇ ਇਹ ਫੈਸਲਾ ਸੱਚਖੰਡ ਦੇ ਥਰੂ ਦਿੱਤਾ ਵੀ ਨਾ ਤਾਂ ਪੁਰਾਣ ਨੂੰ ਪਤਾ ਕਿਵੇਂ ਸ੍ਰਿਸ਼ਟੀ ਸਾਜੀ ਗਈ, ਨਾ ਕੁਰਾਨ ਨੂੰ ਪਤਾ। ਫਿਰ ਉਹ ਇਹਨਾਂ ਗੱਲਾਂ ਤੇ ਲੋਕਾਂ ਨੂੰ ਭਰਮਾਉਂਦੇ ਕਿਉਂ ਕਿ ਸਾਡੇ ਕੋਲ ਸਾਰਾ ਫਿਜ਼ੀਕਲ ਵਰਲਡ ਦਾ ਜੇ ਹੈ ਵੀ, ਫਿਜ਼ੀਕਲ ਨਾਲ ਕੀ ਬਣਨਾ ਸਾਡਾ, ਜੀਵ ਕੀ ਹੈ ਉਹਦੀ ਡੈਫੀਨੇਸ਼ਨ ਚਾਹੀਦੀ ਹੈ। ਜੋਗੀ ਵੀ ਆਪਣੇ ਆਪ ਨੂੰ ਬਹੁਤ ਮੰਨਦੇ ਸੀ ਕਿ ਉਹਨਾਂ ਕੋਲ ਨਾਦ ਹੈ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾ ਕਰਤਾ ਠੀਕੋ ਸਾਜੇ, ਆਪੇ ਜਾਣੇ ਸੋਈ। ਕਿ ਪਤਾ ਉਹਨਾਂ ਨੂੰ ਵੀ ਨਹੀਂ ਹੈ। ਜਿੰਨੀਆਂ ਮੱਤਾਂ ਸੀ ਸਭ ਭੁਲੇਖੇ 'ਚ ਸੀ। ਇਹ ਦੱਸਿਆ ਹਾਂ, ਜੇ ਕੋਈ ਮੱਤ ਪਰਮੇਸ਼ਰ ਤੋਂ ਆਈ ਹੁੰਦੀ ਤਾਂ ਉਹ ਕੁਛ ਇਸ਼ਾਰਾ ਕਰਦੀ ਜਿੰਨਾ ਕਿ ਦੀ ਲੋੜ ਸੀ, ਪਰ ਇਹਨਾਂ ਕੋਲ ਤਾਂ ਉਹ ਵੀ ਇਸ਼ਾਰੇ ਸਹੀ ਨਹੀਂ ਹੈ। ਇਹ ਗੱਲ ਦਾ ਆਪਾਂ ਨੂੰ ਇੱਥੇ ਦ੍ਰਿੜ ਕਰਾਈ ਹੈ। ਆਪਾਂ ਇਹਨੂੰ ਦੇਖ ਸਕਦੇ ਹਾਂ। ਕੁਰਾਨ ਦੀਆਂ ਕੁਛ ਆਇਤਾਂ ਨੇ ਜਿਨ੍ਹਾਂ ਦਾ ਕਿ ਆਪਾਂ ਪੰਜਾਬੀ ਜੋ ਹੈ ਟ੍ਰਾਂਸਲੇਸ਼ਨ ਜਾਂ ਕਹੋ ਵੀ ਉਹਨਾਂ ਦਾ ਜੋ ਲੱਥਾ ਹੈ ਆਪਾਂ ਪੜ੍ਹ ਲੈਂਦੇ ਹਾਂ। ਬ੍ਰਹਮੰਡ ਦੇ ਵਿਸਤਾਰ ਦੀ ਗੱਲ ਹੈ, ਤਾਂ ਹੀ ਗੁਰੂ ਨਾਨਕ ਜੀ ਨੇ ਲਿਖਿਆ। ਆਪਾਂ ਕੋਲ ਪ੍ਰੂਫ ਵੀ ਹਨ। ਬ੍ਰਹਮੰਡ ਦਾ ਵਿਸਤਾਰ, ਆਕਾਸ਼, ਅਸੀਂ ਉਹਨਾਂ ਨੂੰ ਸ਼ਕਤੀ ਨਾਲ ਬਣਾਇਆ ਹੈ ਅਤੇ ਸੱਚਮੁੱਚ ਅਸੀਂ ਇਸ ਦਾ ਵਿਸਤਾਰ ਕਰ ਰਹੇ ਹਾਂ। ਇਹ 51 ਨੰਬਰ 5147 ਤੋਂ ਪੜ੍ਹ ਸਕਦੇ ਹੋ ਤੁਸੀਂ ਜਾ ਕੇ ਇੰਟਰਨੈਟ 'ਤੇ। ਇਸ ਆਇਤ ਦੇ ਸਹੀ ਅਰਥਾਂ ਬਾਰੇ ਮੁਸਲਿਮ ਵਿਦਵਾਨਾਂ ਵਿੱਚ ਖੁਦ ਇਤਿਹਾਸਿਕ ਬਹਿਸ ਹੋਈ ਹੈ। ਇਹ ਰੀਸੈਂਟ ਗੱਲਾਂ ਹਨ, ਕੋਈ ਬਹੁਤੀਆਂ 100 ਸਾਲ ਪੁਰਾਣੀਆਂ ਨਹੀਂ ਹੈ, ਪਿਛਲੇ 5-7 ਸਾਲ ਦੀਆਂ ਹੀ ਨੇ, ਕਿਉਂਕਿ ਬ੍ਰਹਮੰਡ ਦੇ ਵਿਸਤਾਰ ਬਾਰੇ ਗਿਆਨ ਹਾਲ ਵਿੱਚ ਹੀ ਲੱਭਿਆ ਗਿਆ ਹੈ। ਜੋ ਉਹਨਾਂ ਨੇ ਪਹਿਲਾਂ ਮੰਨਿਆ ਹੋਇਆ ਸੀ ਉਹਨਾਂ ਦਾ ਰਿਜੈਕਟ ਹੋ ਗਿਆ। ਹੁਣ ਉਹ ਕੁਛ ਹੋਰ ਕਰਨਗੇ, ਜਦ ਕਿ ਇਹ ਵਿਸ਼ਾ ਨਹੀਂ ਹੈ ਧਰਮ ਦਾ। ਕਿਵੇਂ ਕਿਸੇ ਸ੍ਰਿਸ਼ਟੀ ਸਾਜੀ ਗਈ ਸਾਨੂੰ ਨਹੀਂ ਪਤਾ, ਇਹ ਬਾਰੇ ਗੁਰੂ ਨਾਨਕ ਜੀ ਨੇ ਦੱਸਿਆ। ਹਾਂ, ਜੀਵ ਨੇ ਮੁਕਤ ਕਿਵੇਂ ਹੋਣਾ ਇਹ ਵਿਸ਼ਾ ਹੋਣਾ ਚਾਹੀਦਾ। 6 ਦਿਨ ਕੁਰਾਨ ਕਹਿੰਦਾ ਹੈ ਕਿ ਅੱਲਾ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਅਤੇ ਉਹ ਸਭ ਜੋ ਉਹਨਾਂ ਦੇ ਵਿਚਕਾਰ ਹੈ 6 ਦਿਨਾਂ ਵਿੱਚ। ਇਹ ਆਇਤ ਦਾ ਨੰਬਰ ਹੈ, ਭਾਵੇਂ ਕਿ ਸਤਹ 'ਤੇ ਇਹ ਬਾਈਬਲ ਵਿੱਚ ਦਿੱਤੇ ਖਾਤੇ ਨਾਲ ਮਿਲਦੀ ਜੁਲਦੀ ਜਾਪਦੀ ਹੈ, ਕਿਉਂਕਿ ਬਾਈਬਲ ਵਾਲੇ ਵੀ ਇਹੀ ਕਹਿੰਦੇ ਆ। ਕੁਝ ਮਹੱਤਵਪੂਰਨ ਅੰਤਰ ਹਨ। ਉਹ ਆਇਤਾਂ ਜਿਹੜੀਆਂ 6 ਦਿਨ ਦਾ ਜ਼ਿਕਰ ਕਰਦੀਆਂ ਹਨ ਉਹ ਅਰਬੀ ਸ਼ਬਦ ਯੂਮ
ਦਿਨ ਦੀ ਵਰਤੋਂ ਕਰਦੇ ਹਨ। ਇਹ ਸ਼ਬਦ ਕੁਰਾਨ ਵਿੱਚ ਕਈ ਵਾਰ ਦਿਖਾਈ ਦਿੰਦਾ ਹੈ। ਹਰ ਇੱਕ ਸਮੇਂ ਦੋ ਵੱਖਰੇ ਮਾਪ ਨੂੰ ਦਰਸਾਉਂਦਾ ਹੈ। ਸੋ ਹੁਣ ਉਹਨਾਂ ਨੂੰ ਆਪੇ ਨਹੀਂ ਪਤਾ, ਜਿਵੇਂ ਸਾਨੂੰ ਬਹੁਤ ਅੱਖਰਾਂ ਦੇ ਅਰਥ ਹੀ ਨਹੀਂ ਪਤਾ ਗੁਰਬਾਣੀ ਦੇ। ਅਸੀਂ ਉਹ ਟੀਕਾਕਾਰਾਂ ਨੇ ਵੀ ਤੀਰ ਤੁੱਕੇ ਹੀ ਮਾਰੇ ਨੇ ਵੀ ਇਹਦਾ ਅਰਥ ਸ਼ਾਇਦ ਇਹੀ ਹੋਵੇ। ਫਿਰ ਉਹ ਕਿਤੇ ਅੱਗੇ ਜਾ ਕੇ ਗੁਰਬਾਣੀ ਤਾਂ ਹੋਰ ਪੱਧਰ 'ਤੇ ਲਿਖੀ, ਉਹ ਫਿਰ ਫਸ ਵੀ ਜਾਂਦੇ। ਪਰ ਹੁਣ ਕਿਉਂਕਿ ਉਹ ਹੈ ਨਹੀਂ, ਆਪਾਂ ਉਹਨਾਂ ਨੂੰ ਪੁੱਛ ਨਹੀਂ ਸਕਦੇ। ਜਿਹੜੇ ਮੰਨਦੇ ਆ ਉਹਨਾਂ ਕੋਲ ਜਵਾਬ ਨਹੀਂ ਉਹਨਾਂ ਦਾ। ਸੋ ਇਹ ਸਭ ਭੁਲੇਖੇ ਹੈ, ਇਹਨਾਂ ਦਾ ਜ਼ਿਕਰ ਆਪਾਂ ਨੂੰ ਪਹਿਲਾਂ ਕਰਤਾ ਹੈ। ਇਹ ਹੁਣ ਜਿਹੜਾ ਦੂਸਰੀ ਮੱਤ ਹੈ, ਜਿਹੜੇ ਕਹਿੰਦੇ ਆ ਵੀ ਸਾਡੇ ਕੋਲ ਪੁਰਾਣ ਹੈ, ਪਹਿਲਾਂ ਕੁਰਾਨ ਦੀ ਗੱਲ ਕਰਕੇ ਹਟੇ ਆਪਾਂ। ਸ਼ੁਰੂਆਤ ਵਿੱਚ ਬ੍ਰਹਮਾ ਬ੍ਰਹਿਮੰਡ ਸੁਨਹਿਰੀ ਅੰਡੇ ਤੋਂ ਉੱਗਿਆ ਅਤੇ ਫਿਰ ਉਸਨੇ ਆਪਣੀ ਵਿਅਕਤੀ ਤੋਂ ਚੰਗੇ ਅਤੇ ਬੁਰਾਈ ਅਤੇ ਰੌਸ਼ਨੀ ਤੇ ਹਨੇਰਾ ਪੈਦਾ ਕੀਤਾ। ਇਹ ਸਭ ਊਟਪਟਾਂਗ ਕਹਾਣੀਆਂ ਪੁਰਾਣਾਂ 'ਚ ਲਿਖੀਆਂ। ਇਹਨਾਂ ਦਾ ਜ਼ਿਕਰ ਦਸਮ ਪਾਤਸ਼ਾਹ ਨੇ ਕੀਤਾ ਦੱਸਣ ਲਈ। ਸਾਨੂੰ ਕੀ ਪਤਾ ਵੀ ਉੱਥੇ ਲਿਖੀਆਂ ਵੀ ਨੇ। ਜੇ ਅਸੀਂ ਕਹਿੰਦੇ ਹਾਂ ਵੀ ਪੁਰਾਣ 'ਚ ਲਿਖੀਆਂ ਤਾਂ ਕਿਸੇ ਨੇ ਤਾਂ ਉਹਦਾ ਉਲੱਥਾ ਸਾਨੂੰ ਕਰਨਾ ਹੀ ਸੀ। ਕਹਿੰਦੇ ਜੀ ਉਹਦੇ 'ਚ ਪੁਰਾਣਾਂ ਦਾ ਉਲੱਥਾ, ਕਿਉਂਕਿ ਗੁਰੂ ਨਾਨਕ ਜੀ ਇੱਥੇ ਲਿਖ ਰਹੇ ਆ ਵੀ ਪੁਰਾਣ ਦਾ। ਭਾਈ ਪੁਰਾਣ ਦੀ ਹਾਲਤ ਮਾੜੀ ਹੈ। ਕਿਉਂ ਮਾੜੀ ਹੈ ਤੁਹਾਨੂੰ ਹੂ ਬਹੂ ਦੱਸਿਆ, ਤੁਸੀਂ ਉਹਦੇ ਹੀ ਖਿਲਾਫ ਹੋਣ ਲੱਗ ਗਏ ਵੀ ਉਹ ਜੀ ਉਲੱਥਾ ਕਿਉਂ ਕਰਤਾ। ਸੋ ਇਹ ਤੋਂ ਪਤਾ ਲੱਗਦਾ ਵੀ ਅਸੀਂ ਤਾਂ ਉਹ ਇਹਨਾਂ ਦੋ ਮੱਤਾਂ ਨਾਲੋਂ ਵੀ ਮੂੜ ਮੱਤਾਂ ਅਜੇ ਤੱਕ। ਹੁਣ ਇੱਕ ਆਹ ਸ਼ਬਦ ਹੈ ਥੱਲੇ, ਬ੍ਰਹਮਾ ਸੰਸਕ੍ਰਿਤ ਇਜ਼ ਦਾ ਕ੍ਰੀਏਟਰ ਗੋਡ ਇਨ ਹਿੰਦੂਇਜ਼ਮ, ਹੀ ਇਜ਼ ਆਲਸੋ ਨੋਨ ਐਜ਼ ਸਵੰਭੂ। ਇਹ ਅਸੀਂ ਸਵੈਭੰਗ ਦੇ ਅਰਥ ਕਰ ਲਏ। ਵਵਾ ਸਾਡੇ ਤੋਂ ਲੱਗਿਆ ਨਹੀਂ, ਕਿਸੇ ਨੇ ਬਿਨਾਂ ਵਵੇ ਤੋਂ ਸਹਿਭੰਗ ਲਿਖਤਾ। ਉਹ ਸਹਿਭੰਗ ਤੋਂ ਸਵੈਭੰਗ ਅਸਲੀ ਵਰਡ ਦਾ ਰੂਪ ਹੀ ਗਾਇਬ ਹੋ ਗਿਆ। ਉਹ ਸੈਲਫ ਬੋਰਨ ਦੇ ਅਰਥ ਅਸੀਂ ਵੀ ਕਰੀ ਜਾਂਦੇ ਹਾਂ, ਪ੍ਰੋਫੈਸਰ ਸਾਹਿਬ ਸਿੰਘ ਜੀ ਵੀ ਕਰੀ ਜਾਂਦੇ ਹਾਂ, ਮੰਨਣ ਵਾਲੇ ਮੰਨੀ ਜਾਂਦੇ ਆ, ਕਹਿੰਦੇ ਸਾਨੂੰ ਗੁਰਮਤਿ ਦਾ ਗਿਆਨ। ਉਹ ਸਵੈੰਭੂ ਵਰਡ ਤਾਂ ਵੇਦ ਦਾ, ਉਹਨਾਂ ਦੇ ਬਾਰੇ ਤਾਂ ਨਿੰਦਿਆ ਹੋਈ ਹੈ। ਅਸੀਂ ਉਹ ਚੱਕ ਕੇ ਗੁਰਬਾਣੀ ਦੇ ਅਰਥ ਕਰਨੇ ਸ਼ੁਰੂ ਕਰਤੇ। ਅਸੀਂ ਤਾਂ ਬਹੁਤ ਪਿੱਛੇ ਚੱਲ ਰਹੇ ਹਾਂ। ਜੇ ਸਾਨੂੰ ਆਪਣਾ ਜੋ ਹੈਗਾ ਮੈਂਟਲ ਲੈਵਲ ਵਧਾਉਣਾ ਪਏਗਾ। ਅਤੇ ਇਹ ਗੱਲਾਂ ਲਿਖੀਆਂ ਹੋਈਆਂ ਨੇ। ਪੁਰਾਣਾਂ ਦਾ ਜ਼ਿਕਰ ਹੈ। ਗਰੁੜ ਪੁਰਾਣ ਅਨੁਸਾਰ ਬ੍ਰਹਮਾ ਦੇ ਸੱਜੇ ਅੰਗੂਠੇ ਵਿੱਚੋਂ ਦਕਸ਼ ਅਤੇ ਖੱਬੇ ਵਿੱਚੋਂ ਦਕਸ਼ ਦੀ ਇਸਤਰੀ ਪੈਦਾ ਹੋਏ। ਇਹਨਾਂ ਗੱਲਾਂ ਨੂੰ ਕੌਣ ਮੰਨੂਗਾ। ਆਪਾਂ ਨੂੰ ਪਤਾ ਕਿਸ ਤਰ੍ਹਾਂ ਬੱਚੇ ਪੈਦਾ ਹੁੰਦੇ ਆ। ਭਾਗਵਤ ਵਿੱਚ ਦਕਸ਼ ਬ੍ਰਹਮਾ ਦਾ ਮਾਨਸ ਪੁੱਤਰ ਹੈ ਅਤੇ ਉਸ ਦੀ ਇਸਤਰੀ ਮਨ ਦੀ ਪ੍ਰਤੀ ਪ੍ਰਸੂਤ ਹੈ। ਕੋਲੋਂ ਹੀ ਬਸ ਇਹ ਕਹਾਣੀਆਂ ਲਿਖੀਆਂ ਹੋਈਆਂ। ਇਹਨਾਂ ਦਾ ਜ਼ਿਕਰ ਤਾਂ ਜ਼ਰੂਰੀ ਹੈ ਕਿਉਂਕਿ ਹੁਣ ਤਾਂ ਅਵੇਲੇਬਲ ਹੈ। ਇਹ ਹੋਰ ਡਿਟੇਲ 'ਚ ਦਿੱਤੀਆਂ ਹੋਈਆਂ ਦਸਮ ਗ੍ਰੰਥ ਵਿੱਚ। ਜੇ ਤੁਸੀਂ ਇਹਨਾਂ ਦਾ ਡਿਟੇਲ ਲੈਣਾ ਹੋਵੇ ਵੀ ਜਪ ਜੀ ਦੀ ਇੱਕ ਪੰਕਤੀ ਜੇ ਅਰਥਾਉਣੀ ਹੋਵੇ, ਉਹਦੇ ਲਈ ਇੱਕ ਪੂਰਾ ਚੈਪਟਰ ਲਿਖਣਾ ਪੈ ਗਿਆ ਦਸਮ ਪਾਤਸ਼ਾਹ ਨੂੰ। ਵਿਸ਼ਨੂੰ ਪੁਰਾਣ ਅਤੇ ਮਹਾਭਾਰਤ ਅਨੁਸਾਰ ਪ੍ਰਜਾਪਤੀ ਪ੍ਰਚੇਤਾ ਦਾ ਪੁੱਤਰ ਦਕਸ਼। ਕੌਣ ਇਹਨਾਂ ਗੱਲਾਂ ਨੂੰ ਮੰਨੂਗਾ। ਕੌਣ ਸੀ ਅਵੇਲੇਬਲ ਜਿਹਨੇ ਗੱਲਾਂ ਲਿਖੀਆਂ। ਭਗਤਾਂ ਨੇ ਲਿਖੀਆਂ, ਪਰ ਉਹ ਕਹਿੰਦੇ ਵੀ ਸਾਨੂੰ ਤਾਂ ਪਰਮੇਸ਼ਰ ਨੇ ਬੁਲਾਇਆ, ਅਸੀਂ ਤਾਂ ਆਪਣੇ ਕੋਲੋਂ ਲਿਖਿਆ ਨਹੀਂ। ਦਕਸ਼ ਅਕੋਰਡਿੰਗ ਟੂ ਸਨਾਤਨ ਧਰਮ ਦੀ ਅਸਲੀਅਤ ਦੇਖ ਲਓ। ਹਿੰਦੂ ਰਿਲੀਜਨ ਵੀ ਕਹਾਉਂਦੇ ਹੋ ਆਪਣੇ ਆਪ ਨੂੰ। ਓਨੈਸਟ ਵਨ ਇਜ਼ ਵਨ ਆਫ ਦਾ ਸਨਸ। ਉਹ ਬ੍ਰਹਮਾ ਜੀ ਦਾ ਕਹਿੰਦੇ ਸਨ ਹੈ। ਹੂ ਆਫਟਰ ਕ੍ਰੀਏਟਿੰਗ 10 ਮਾਨਸ ਪੁੱਤਰ, ਕੋਲੋਂ ਹੀ ਵੀ 10 ਮਾਨਸ ਪੁੱਤਰ ਉਹਨੇ ਦਕਸ਼ਾ ਬਣਾਇਆ। ਦਕਸ਼ ਨੇ ਧਰਮ ਕਾਮ ਦੇਵਤੇ ਅਗਨੀ ਬਣਾਏ ਨੇ। ਸੋ ਇਹ ਸਭ ਹੀ ਮਨੋਕਲਪਿਤ ਗੱਲਾਂ ਨੇ। ਕਿਵੇਂ ਬਣਿਆ ਉਹਦਾ ਗੁਰਬਾਣੀ ਵਿੱਚ ਜ਼ਿਕਰ ਹੈ। ਗੁਰਬਾਣੀ ਇਹ ਦੱਸਦੀ ਹੈ। ਇਹ ਜੋ ਬਾਣੀ ਗੁਰੂ ਨਾਨਕ ਜੀ ਦੀ ਹੈ, ਰਾਮਕਲੀ ਦੱਖਣੀ ਮਹੱਲਾ ਪਹਿਲਾ। ਅਸੀਂ ਇਹਦੇ 'ਚ ਵੀ ਲਿਖਣ 'ਚ ਗਲਤੀ ਕੀਤੀ ਹੋਈ ਹੈ। ਅਸਲ 'ਚ ਐਂ ਲਿਖਿਆ ਚਾਹੀਦਾ ਵੀ ਰਾਮਕਲੀ ਰਾਗ ਦੀ ਦੱਖਣੀ। ਰਾਮਕਲੀ ਰਾਗ ਦੀਆਂ ਬਹੁਤ ਵੈਰਾਈਟੀਆਂ ਨੇ। ਰਾਮ ਦਾ ਅਰਥ ਹੁੰਦਾ ਸਾਡਾ ਮੂਲ। ਕੁਛ ਲੋਕ ਅੱਜ ਕੱਲ੍ਹ ਕਹੀ ਜਾਂਦੇ ਜੀ ਕੁਦਰਤ 'ਚੋਂ ਰੱਬ ਲੱਭਣਾ। ਉਹ ਤਾਂ ਕਹਿੰਦੇ ਰਾਮ ਨਾਲ ਜੁੜਨਾ। ਕਿਤੇ ਕੁਦਰਤ ਕਲੀ ਰਾਗ ਮਿਲਿਆ ਤੁਹਾਨੂੰ ਗੁਰਬਾਣੀ 'ਚ? ਰਾਮ ਕਲੀ ਮਿਲਿਆ, ਕਿਉਂਕਿ ਰਾਮ ਨਾਲ ਜੁੜ ਕੇ ਅਸੀਂ ਪਹਿਲਾਂ ਕਲੀ, ਫਿਰ ਫੁੱਲ ਅਤੇ ਫਿਰ ਫਲ 'ਤੇ ਪਹੁੰਚਣਾ। ਇਸ ਤਰ੍ਹਾਂ ਹੀ ਪ੍ਰਭਾਤ ਰਾਗ ਹੈ। ਪ੍ਰਭ ਆਤ ਕਿਤੇ ਹੈਗਾ ਕੁਦਰਾਤ, ਜਾਂ ਜੋ ਜਿਨ੍ਹਾਂ ਨੇ ਅੱਜ ਕੱਲ੍ਹ ਭੁਲੇਖੇ ਪਾਏ ਹੋਏ ਹੈ। ਬਸ ਨਵੇਂ ਕੱਪੜੇ ਪਾ ਕੇ ਰੋਜ਼ ਲੋਕਾਂ ਨੂੰ ਉਸੇ ਭੁਲੇਖੇ 'ਚ ਰੱਖਿਆ। ਗਿਆਨ ਦੀ ਲੋੜ ਕਿਹਨੂੰ ਹੈ। ਨਾਲੇ ਓਂਕਾਰ ਬ੍ਰਹਮਾ ਉਤਪੱਤੀ, ਉਹ ਕਹਿੰਦੇ ਓਂਕਾਰ ਤੋਂ ਉਤਪੱਤੀ ਹੋਈ ਹੈ। ਗੁਰੂ ਨਾਨਕ ਜੀ ਕਹਿੰਦੇ ਬ੍ਰਹਮਾ ਤੋਂ ਨਹੀਂ ਹੋਈ। ਬ੍ਰਹਮਾ ਦੀਆਂ ਕਹਾਣੀਆਂ ਸਾਰੀਆਂ ਝੂਠੀਆਂ ਨੇ। ਇਹ ਦਸਮ ਪਾਤਸ਼ਾਹ ਨੇ ਅੱਗੇ ਜਾ ਕੇ ਇਹਨਾਂ ਨੂੰ ਸਪਸ਼ਟ ਕੀਤਾ। ਓਂਕਾਰ ਕੀਆ ਜਿਨ ਚਿੱਤ, ਬ੍ਰਹਮਾ ਤਾਂ ਆਪ ਓਂਕਾਰ ਨੂੰ ਚਿੱਤ ਕਰਦਾ ਵੀ ਮੈਨੂੰ ਕਿਤੇ ਦਰਸ਼ਨ ਹੋ ਜਾਣ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਜਿਹੜੇ ਮਹੇਸ਼ਰ ਦੇ ਚੇਲੇ ਆ ਉਹ ਤਾਂ ਕਹਿੰਦੇ ਕੋ ਬ੍ਰਹਮ ਗਿਆਨੀ ਮਿਲੇ। ਜੇ ਤੁਸੀਂ ਬ੍ਰਹਮ ਗਿਆਨੀ ਨੂੰ ਉੱਚਾ ਸਮਝਦੇ ਹੋ, ਇਹਦਾ ਮਤਲਬ ਤੁਹਾਡੀ ਆਪਣੀ ਬੁੱਧੂ ਤੋਂ ਤਾਂ ਬਹੁਤ ਨੀਵੀਂ ਹੈ। ਭਗਤ ਬ੍ਰਹਮ ਗਿਆਨੀ ਨੇ ਸਾਰੇ। ਸੋ ਇਹ ਅਸੀਂ
ਗੱਲਾਂ ਨੂੰ ਇਸੇ ਪੱਧਰ ਤੇ ਸਮਝਾਂਗੇ। ਗੁਰਬਾਣੀ ਵਿੱਚ ਕਿੰਨੀਆਂ ਥਿੱਤੀਆਂ ਨੇ, ਕਿਉਂਕਿ ਲਿਖਿਆ ਥਿੱਤ ਵਾਰ ਨਾ ਜੋਗੀ ਜਾਣੇ। ਫਿਰ ਥਿੱਤ ਹੁੰਦੀ ਕੀ ਹੈ? ਗੁਰਬਾਣੀ ਨੇ ਸਵਾਲ ਨਹੀਂ ਛੱਡਿਆ। ਇੰਨੀਆਂ ਥਿੱਤੀਆਂ ਔਰ ਇੰਨੇ ਵਾਰ ਦਰਜ ਹੈ ਗੁਰਬਾਣੀ 'ਚ। ਸਭ ਤੋਂ ਪਹਿਲਾਂ ਕਬੀਰ ਜੀ ਦੀ ਥਿੱਤੀ ਹੈ, ਫਿਰ ਪੰਚਮ ਪਾਤਸ਼ਾਹ ਦੀ, ਫਿਰ ਬਿਲਾਵਲ ਗੁਰੂ ਨਾਨਕ ਜੀ ਦੀ ਥਿੱਤੀ, ਫਿਰ 12 ਮਾਹਾਂ। ਕਿ ਮਾਹਾਂ ਦਾ ਮਤਲਬ ਹੁੰਦਾ ਕੀ ਹੈ? ਜਿਹਨਾਂ ਨੂੰ ਥਿੱਤਵਾਰ ਜੋਗੀ ਜਾਣੇ ਨਾ ਕਿਹਾ, ਉਹਨਾਂ ਨੂੰ ਐਕਸਪਲੇਨ ਕੀਤਾ ਉਹਨਾਂ ਦਾ ਅਰਥ ਬ੍ਰਹਮ ਨਾਲ ਕਿਵੇਂ ਜੁੜਦਾ। ਬੇਦਸ ਮਾਹਾਂ, ਬੇਦਸ ਲਿਖਿਆ 12 ਲਈ ਬੇਦਸ ਹੁੰਦਾ, 12 ਹੁੰਦਾ ਨਾਲ ਕਿਵੇਂ ਰਹਿਣਾ। ਸੋ ਸਾਨੂੰ ਤਾਂ ਸ਼ਬਦਾਂ ਦੀ ਜੋ ਬਣਤਰ ਹੈ ਉਹਦੇ ਤੇ ਹੀ ਅਜੇ ਤੱਕ ਪਤਾ ਨਹੀਂ ਲੱਗਿਆ। ਰਾਮਕਲੀ ਮਹੱਲਾ 5ਵਾਂ ਰੁੱਤੀ ਸ਼ਲੋਕ, ਉਹਨਾਂ ਨੇ 6 ਰੁੱਤਾਂ ਮੰਨੀਆਂ ਹੋਈਆਂ। ਸੋ ਇਹ ਸਭ ਜੋ ਹੈ ਇਹ ਸਾਨੂੰ ਇਹਦਾ ਗਿਆਨ ਹੋਣਾ ਚਾਹੀਦਾ। ਮਹਾਰੁੱਤੀ ਸਭ ਤੂੰ ਘੜੀ ਮੂਰਤ ਵਿਚਾਰਾ, ਤੂੰ ਵਿਚਾਰ ਤਾਂ ਕਰ ਵੀ ਇਹ ਕੀ ਚੀਜ਼ਾਂ ਹੁੰਦੀਆਂ ਨੇ, ਗੁਰਬਾਣੀ 'ਚ ਇਹਨਾਂ ਦਾ ਅਰਥ ਕੀ ਹੈ। ਰੁੱਤੀ ਮਹਾ ਮੂਰਤ ਘੜੀ ਗੁਣ ਉਚਰਤ ਸ਼ੋਭਾਵੰਤ ਜੀਓ। ਸਭ ਤੋਂ ਵੱਡੀ ਜਿਹੜੀ ਕਮਾਈ ਸਾਡੀ ਹੈ ਵੀ ਅਸੀਂ ਗੁਣ ਉਚਾਰੀਏ, ਉਹ ਸਾਰੀਆਂ ਸ਼ੁਭ ਹੈ। ਫਿਰ ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਉ ਨੇ। ਜੇ ਸੱਚੇ ਨਾਲ ਇਹ ਨੇ ਨਹੀਂ ਹੈਗਾ ਤਾਂ ਫਿਰ ਅਸੀਂ ਉਹ ਕਾਹਦੇ 12 ਮਾਹ ਪੜ੍ਹ ਕੇ ਆਏ ਮਹੀਨੇ ਦੇ ਪ੍ਰਸ਼ਾਦ ਉਹ ਕਰਦੇ ਹਾਂ, ਉਹ ਸਭ ਕਰਮ ਕਾਂਡ ਹੈ, ਉਹ ਕੋਈ ਧਰਮ ਦਾ ਹਿੱਸਾ ਨਹੀਂ ਹੈ। ਹਾਂਜੀ, ਮਹਾਰੁੱਤੀ ਮਹਾ ਸਦਾ ਆਨੰਦ, ਮਹਾਰੁੱਤੀ ਮੈਂ ਸਦ ਬਸੰਤ, ਜਿਤ ਹਰਿਆ ਸਭ ਜੀ ਜੰਤ। ਹੁਣ ਹਮੇਸ਼ਾ ਕਿਵੇਂ ਹਰੇ ਰਹਾਂਗੇ ਆਪਾਂ, ਉਹਦੀ ਆਪਾਂ ਨੂੰ ਗੱਲ ਜਿਹੜੀ ਹੈ ਉਹ ਸਮਝ ਆਉਣੀ ਚਾਹੀਦੀ ਸੀ। ਤੇਰਾ ਹੋਂ ਆਖਾਂ ਕਿਆ ਹੋ ਆਖਾਂ ਕਿਰਮਜੰਤ, ਅਸੀਂ ਤਾਂ ਕਿਰਮਜੰਤ ਹੈ, ਅਸੀਂ ਕਿਆ ਆਖ ਸਕਦੇ ਨੇ। ਤੇਰਾ ਕਿਨੇ ਨਾ ਪਾਇਆ ਆਦੰਤ, ਆਦੰਤ ਹੁਕਮ ਦਾ ਹੁੰਦਾ ਹੈਗਾ, ਜੋਤ ਅਨਾਦ ਹੁੰਦੀ ਹੈ। ਇਹ ਵੀ ਗੱਲ ਜਿਹੜੀ ਹੈ ਇਹ ਸਾਨੂੰ ਅਜੇ ਤੱਕ ਸਮਝ ਨਹੀਂ ਆਈ ਹੋਈ, ਇਹ ਸਾਨੂੰ ਸਮਝਣੀ ਪਏਗੀ ਕਿ ਗੁਰਬਾਣੀ ਨੇ ਸਾਨੂੰ ਕੀ ਸਮਝਾਇਆ ਹੈਗਾ। ਤੇਰਾ ਕਿਨੇ ਨਾ ਪਾਇਆ ਆਦੰਤ, ਉਹ ਜਿਹੜੇ ਕਹਿੰਦੇ ਆ ਥਿੱਤਵਾਰ ਨਾ ਜੋਗੀ ਜਾਣੇ, ਉਹ ਤਾਂ ਹੀ ਲਿਖਿਆ ਵੀ ਜਾਣ ਨਹੀਂ ਸਕਦੇ, ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਉਹਨਾਂ ਬਾਰੇ ਜੋ ਅੱਗੇ ਗਿਆਨ ਆਪਾਂ ਨੂੰ ਮਿਲੇਗਾ ਉਹ ਵੀ ਦੱਸਣਗੇ। ਇਹ ਤਾਂ ਹੀ ਉਹ ਕਹਿ ਰਹੇ ਨੇ ਗੁਰੂ ਨਾਨਕ ਜੀ, ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਣੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਉਹ ਕਹਿੰਦੇ ਵੀ ਮੈਂ ਨਹੀਂ ਆਖ ਸਕਦਾ, ਕਿਉਂਕਿ ਮੈਂ ਤਾਂ ਉਹੀ ਆਖਾਂਗਾ ਜੋ ਮੈਨੂੰ ਕਿਹਾ, ਮੈਂ ਆਪਣੇ ਕੋਲੋਂ ਕੁਛ ਨਹੀਂ ਆਖਦਾ। ਪਰ ਜਦੋਂ ਮੈਂ ਦੁਨੀਆ ਦੀਆਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ ਦੇਖਦਾ, ਉਹ ਤਾਂ ਇੱਕ ਦੂਏ ਤੋਂ ਸਿਆਣਪ ਦਿਖਾ ਰਹੇ ਨੇ। ਕਾਹਦੇ ਲਈ? ਵੀ ਧਰਤੀ ਕਿਵੇਂ ਬਣੀ ਸੀ। ਇਹ ਸਿਆਣਪ ਭਗਤਾਂ ਨੇ ਨਹੀਂ ਕੀਤੀ, ਕਿਉਂਕਿ ਭਗਤਾਂ ਨੇ ਇੱਕੇ ਗੱਲ ਸਾਨੂੰ ਦ੍ਰਿੜ ਕਰਾਈ ਹੈ, ਵੱਡਾ ਸਾਹਿਬ ਵੱਡੀ ਨਾਈ। ਜਿਹੜਾ ਸਾਹਿਬ ਹੈ ਉਹਦਾ ਨਿਆਏ ਵੀ ਵੱਡਾ ਹੈ, ਉਹਦੀ ਸ਼ੋਭਾ ਵੀ ਵੱਡੀ ਹੈ। ਕੀਤਾ ਜਾਕਾ ਹੋਵੇ ਉਹੀ ਦੱਸੇਗਾ ਵੀ ਕਿਸ ਤਰ੍ਹਾਂ ਕੋਈ ਚੀਜ਼ ਬਣੀ ਸੀ। ਜੇ ਅਸੀਂ ਆਪਣੇ ਕੋਲੋਂ ਅਨੁਮਾਨ ਲਜਾਈ ਜਾਵਾਂਗੇ, ਆਹ ਹੋ ਗਿਆ, ਮੈਂ ਇਹ ਦੱਸ ਦੂੰ ਇੱਕ ਸ਼ੈਤਾਨ ਬਣਿਆ ਸੀ, ਆਦਮ ਹਊਆ ਦੀ ਕਹਾਣੀ ਹੈ ਜੋ ਆਪਾਂ ਪੜ੍ਹਦੇ ਹਾਂ। ਨਾਨਕ ਜੇ ਕੋ ਆਪੋ ਜਾਣਾ, ਜੇ ਕਹਿੰਦਾ ਨਾ ਵੀ ਮੈਂ ਆਪਣੇ ਕੋਲੋਂ ਹੀ ਕਹਾਣੀਆਂ ਜਿਵੇਂ ਸਿਮਰਤ ਸ਼ਾਸਤਰ ਰਚੇ ਹੋਏ ਨੇ, ਅੱਗੇ ਗਿਆਨ ਸੋਏ, ਉਹਨਾਂ ਨੂੰ ਕਿਸੇ ਨੂੰ ਵੀ ਪਹਿਲਾਂ ਤਾਂ ਅੱਗੇ ਦਾ ਹੀ ਨਹੀਂ ਕਲੀਅਰ ਹੈ ਵੀ ਅੱਗੇ ਹੁੰਦਾ ਕੀ ਹੈ। ਸਾਨੂੰ ਵੀ ਨਹੀਂ ਇੰਨਾ ਕਲੀਅਰ ਵੀ ਅੱਗੇ ਕੁਛ ਜਿਹੜੀਆਂ ਸਾਡੀਆਂ ਸੰਸਥਾਵਾਂ ਉਹ ਕਹਿੰਦੇ ਜਨਮ ਮਰਨ ਹੁੰਦਾ ਹੀ ਨਹੀਂ ਹੈ। ਸੋ ਇੱਥੇ ਤਾਂ ਲਿਖਿਆ ਹੋਇਆ ਵੀ ਕਿਤੇ ਜਾ ਕੇ ਤੁਹਾਨੂੰ ਅੱਗੇ ਸਵਾਲ ਪੁੱਛਿਆ ਜਾਏਗਾ, ਇਹ ਉੱਥੇ ਤੁਹਾਡੀ ਸੋਭਾ ਨਹੀਂ ਹੋਣੀ। ਇਹ ਗੱਲ ਦੇ ਇਸ਼ਾਰੇ ਹੁੰਦੇ ਹਨ, ਇਹਨਾਂ ਨੂੰ ਆਪਾਂ ਨੂੰ ਵਿਸਤਾਰ ਵਿੱਚ ਵਿਚਾਰਨਾ ਪਏਗਾ। ਗੁਰਬਾਣੀ ਨੇ ਜੋ ਦੱਸਿਆ ਹੈ ਉਹ ਆ ਹੈਗਾ ਵੀ ਜਾ ਕਰਤਾ ਸੇ ਠੀਕ ਹੋ ਸਾਜੇ ਆਪੇ ਜਾਣੇ ਸੋਈ। ਇਹ ਉਹਨਾਂ ਨੇ ਬੁਝਾਇਆ ਹੈ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਈ। ਕਹਿੰਦੇ ਇਸ ਤਰ੍ਹਾਂ ਦਾ ਸਿਸਟਮ ਹੈ ਕਿ ਏਅਰ ਬਣੀ, ਏਅਰ ਤੋਂ ਵਾਟਰ ਬਣਿਆ, ਜਲ ਤੇ ਤ੍ਰਿਭੁਵਨ ਸਾਜਿਆ, ਫਿਰ ਜਲ ਤੋਂ ਤੀਆ ਭਵਨ ਸਾਜਿਆ, ਤੇ ਹਰੇਕ ਘਟ ਉਹਦੇ ਵਿੱਚ ਇੱਕ ਘਟ ਹੈ, ਉਹਦੇ ਵਿੱਚ ਜੋਤ ਹੈ। ਇਹ ਗੁਰਮਤ ਨੇ ਫੈਸਲਾ ਦਿੱਤਾ। ਉਹ ਜਾਤ ਮੈਂ ਜੋਤ, ਜੋਤ ਮੈਂ ਜਾਤਾ। ਉਹ ਜੋਤ ਜੋ ਤੁਸੀਂ ਆਪਣਾ ਆਪਾ ਜਾਣੋ। ਓਮ ਗੁਰਮੁਖੀ ਕੀਓ ਆਕਾਰਾ, ਓਂਗ ਜੇ ਅਨਾਦ ਹੈ, ਉਹ ਤੋਂ ਆਕਾਰ ਹੋਇਆ ਸ਼ਬਦ ਦਾ। ਇੱਕੇ ਸੂਤ ਪਰੋਵਣਹਾਰਾ, ਉਹਨੇ ਸਭ ਨੂੰ ਇੱਕੇ ਸੂਤ 'ਚ ਪਰੋਇਆ ਹੋਇਆ। ਉਹ ਪਾਰ ਬ੍ਰਹਮ ਹੈ। ਭਿੰਨ ਭਿੰਨ ਤ੍ਰੈ ਗੁਣ ਵਿਸਤਾਰੰ, ਇਹ ਜੀਵ ਹੈ, ਇਹ ਤਿੰਨਾਂ ਗੁਣਾਂ 'ਚ ਫਸਿਆ ਹੋਇਆ। ਨਿਰਗੁਣ ਤੇ ਸਰਗੁਣ ਵਿਸਤਾਰੰ, ਉਹਨੇ ਨਿਰਗੁਣ ਤੋਂ ਸਰਗੁਣ ਰੂਪ ਆਪਣਾ ਪ੍ਰਗਟ ਕਰ ਲਿਆ। ਅਸੀਂ ਹੁਣ ਉਸ ਸਰਗੁਣ ਸਰੂਪ ਨੂੰ ਦੇਖਣਾ ਵੀ ਅਸੀਂ ਕਿਵੇਂ ਜੁੜਦੇ ਹਾਂ। ਜੇ ਆਪ ਰਚਿਓ ਪ੍ਰਪੰਚਕਾਰ, ਇਹ ਪਰਮੇਸ਼ਰ ਨੇ ਕੀਤਾ ਹੈ ਤੈ
ਸੋ ਪਰਮੇਸ਼ਰ ਨੇ ਹੀ ਜੋ ਹੈ ਪ੍ਰਪੰਚ ਰਚਿਆ ਹੈ। ਪ੍ਰਪੰਚ ਕਹਿ ਲਓ, ਸਰਕਸ ਕਹਿ ਲਓ, ਜਾਂ ਕੋਈ ਤਮਾਸ਼ਾ ਕਹਿ ਲਓ, ਇੱਕੇ ਗੱਲ ਹੁੰਦੀਆਂ ਹਨ। ਉਹਦੇ ਵਿੱਚ ਤਹਿ ਗੁਣ ਮਹਿ, ਇਹ ਬੜੀ ਗੱਲ ਸਮਝਣ ਵਾਲੀ ਹੈ ਕਿ ਜਿਹੜੇ ਸਵੈ ਭੰਗ ਹੈ ਹੋਏ ਹੋਏ ਉਹਨਾਂ ਨੂੰ ਗੁਣੇ ਲਿਖਿਆ। ਉਹ ਜਿਹੜੇ 1 ਦੇ 8 ਗੁਣ ਦੱਸੇ ਨੇ ਸਵੈ ਭੰਗ ਤੱਕ, ਉਹਨਾਂ ਨੂੰ ਔਗਣ 'ਚ ਨਹੀਂ ਲਿਖਿਆ, ਜਦ ਕਿ ਇਹ ਔਗੁਣਾ 'ਚ ਆਉਂਦਾ। ਪਰ ਇਸ ਗੱਲ ਨੂੰ, ਕਿਉਂਕਿ ਉਹ 1 ਦੇ ਗੁਣ ਨੇ, ਤਹਿ ਗੁਣ ਮੈਂ ਕੀਨੋ ਵਿਸਤਾਰ ਹੈਗਾ। ਸਾਡਾ ਜੀਵ ਦਾ ਤਹਿ ਗੁਣਾ 'ਚ ਹੋਇਆ। ਜਿਹਨੇ ਪ੍ਰਪੰਚ ਰਚਿਆ ਹੈਗਾ ਸਾਡੇ ਲਈ, ਜਿਹੜਾ ਸਿਰਜਣਹਾਰ ਹੈ, ਉਹ ਤਹਿ ਗੁਣਾ ਤੋਂ ਉੱਪਰ ਹੈ। ਪਰ ਫਿਰ ਵੀ ਉਹਨਾਂ ਨੇ ਇਸ ਗੱਲ ਨੂੰ ਗੁਣ ਮੰਨ ਕੇ ਹੀ ਸਾਨੂੰ ਦੱਸਿਆ। ਇਹ ਗੱਲ ਬੜੀ ਆਪਾਂ ਵਿਰੋਧ 'ਚ ਲੱਗਦੀ ਹੈ ਕਿ ਇਹ ਤਾਂ ਛੱਡਣੇ ਆ। ਤ੍ਰੈ ਗੁਣ ਮੇਟੇ ਲਿਖਿਆ ਗੁਰੂ ਨਾਨਕ ਜੀ ਨੇ, ਖਾਈਏ ਸਾਰ। ਪਰ ਇੱਥੇ ਲਿਖਿਆ ਹੋਇਆ ਕਿ ਇਹ ਗੁਣ ਨੇ। ਸੋ ਇਹ ਜੋ ਸਾਨੂੰ ਪਰਮੇਸ਼ਰ ਤੋਂ ਹੀ ਜਤਾਇਆ ਗਿਆ ਹੈਗਾ ਕਿ ਕੀ ਚੀਜ਼ ਹੈ, ਉਹ ਅਸੀਂ ਸਮਝਣੀ ਹੈ। ਅਸੀਂ ਆਪਣੇ ਕੋਲੋਂ ਕੁਛ ਨਹੀਂ ਕਹਿਣਾ। ਜੇ ਅਸੀਂ ਆਪਣੇ ਕੋਲੋਂ ਕੁਛ ਐਡ ਕਰਾਂਗੇ, ਬੜੀ ਆਦਤ ਹੈ ਸਾਨੂੰ ਪਰਮਾਤਮਾ ਸ਼ਬਦ ਅਸੀਂ ਕੋਲੋਂ ਹੀ ਐਡ ਕੀਤਾ ਹੋਇਆ। ਇਹ ਸਾਡਾ ਤਾਂ ਸ਼ਬਦ ਹੀ ਨਹੀਂ ਹੈ। ਇਹ ਸਾਡੇ ਕਿਵੇਂ ਪੋਪੂਲਰ ਹੋ ਗਿਆ? ਇਹ ਤੋਂ ਪਤਾ ਲੱਗਦਾ ਵੀ ਅਸੀਂ ਕਦੇ ਪੰਨਾ ਖੋਲ ਕੇ ਸਵਾਰ ਕੇ ਪੜ੍ਹੀ ਨਹੀਂ ਹੈ ਬਾਣੀ ਅਜੇ ਤੱਕ। ਜਿਹੜੀ ਪੜ੍ਹੀ ਹੈ ਉਹ ਅੱਖਾਂ ਮੀਚ ਕੇ ਪੜ੍ਹੀ ਲੱਗਦੀ ਹੈ। ਫਿਰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਕੋਈ ਰੱਬ ਜੀ ਕਰੀ ਜਾਂਦਾ। ਰੱਬ ਜੀ ਨਾਲ ਗੁਰਬਾਣੀ ਦਾ ਕੰਸੈਪਟ ਪੂਰਾ ਹੀ ਨਹੀਂ ਹੁੰਦਾ। ਫਿਰ ਰੱਬ ਦਾ ਪਾਰਬ੍ਰਹਮ ਰੂਪ ਕਿਹੜਾ, ਰੱਬ ਦਾ ਬ੍ਰਹਮ ਵਾਲਾ ਰੂਪ ਕਿਹੜਾ, ਸਾਰਿਆਂ 'ਚ ਫਸ ਜਾਵਾਂਗੇ ਅਸੀਂ। ਪਰ ਕਿਉਂਕਿ ਕਿਸੇ ਨੂੰ ਲੈਣਾ ਦੇਣਾ ਕੁਛ ਨਹੀਂ ਹੈਗਾ, ਹਰੇਕ ਇੱਕ ਤਰ੍ਹਾਂ ਦਾ ਗੈਂਗ ਬਣਿਆ ਹੋਇਆ, ਉਹ ਉਵੇਂ ਚੱਲੀ ਜਾਂਦਾ। ਉਹਨਾਂ ਤੋਂ ਸਾਨੂੰ ਉੱਪਰ ਉੱਠਣਾ ਪਏਗਾ। ਵਿਚਾਰਧਾਰਾ ਸਾਨੂੰ ਇਹੀ ਰੱਖਣੀ ਪਏਗੀ, ਜਿਹੜਾ ਸ਼ਬਦ ਜਿਵੇਂ ਲਿਖਿਆ ਉਹਨੂੰ ਉਸ ਬ੍ਰਹਮ ਦੇ ਹਿੱਸੇ ਨਾਲ ਆਪਾਂ ਜੋੜੀਏ। ਹੁਣ ਜਲ ਤੇ ਤ੍ਰਿਭਵਨ ਸਾਜਿਆ, 3 ਭਵਨ ਨਹੀਂ ਸਾਜੇ ਹੋਏ, ਜਲ ਤੋਂ 30 ਭਵਨ ਸਾਜਿਆ। ਹਰੇਕ ਘਟ ਵਿੱਚ ਜੋਤ ਹੈ। ਜੋਤ ਤੱਕ ਅਸੀਂ ਅਪਰੋਚ ਕਰਨੀ ਹੈ। ਜੋਤ ਮਨ ਦਾ ਮੂਲ ਹੈ। ਮਨ ਵੀ ਜੋਤ ਸਰੂਪ ਹੀ ਹੈ। ਉਹਨੇ ਆਪਣੇ ਹੀ ਮੂਲ ਨੂੰ, ਆਪਣੇ ਆਪ ਨੂੰ ਇਹ ਖੋਜਣਾ ਹੈਗਾ। ਸੋ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਹੈਗੀ ਹੈ ਉਹ ਆਪਾਂ ਨੂੰ ਹੁਣ ਤੱਕ ਦੱਸੀ ਹੈ। ਹਰੀ ਰੁੱਖੀ ਰੋਟੀ ਖਾਏ ਸੰਭਾਲੇ। ਜਿਹੜਾ ਹਰੀ ਹੈ ਉਹਦੇ ਕੋਲ ਭੋਜਨ ਹੈ ਮਨ ਦਾ, ਪਰ ਉਹ ਬੜਾ ਰੁੱਖਾ ਹੈ। ਜੇ ਕੋਈ ਉਹਨੂੰ ਪਚਾਉਣ ਦੀ ਕਪੈਸਿਟੀ ਰੱਖਦਾ, ਤਾਂ ਹੀ ਕਹਿੰਦੇ ਆ ਫਰੀਦ ਜੀ, ਲਾਵਣ ਮੇਰੀ ਭੁੱਖ ਰੋਟੀ ਮੇਰੀ ਕਾਠ ਕੀ। ਉਹ ਜਿਹੜਾ ਗਿਆਨ ਹੈ ਮਨ ਲਈ, ਉਹ ਬੜਾ ਕਰੜਾ ਹੈ। ਜਿਵੇਂ ਕਾਠ ਦੀ ਰੋਟੀ, ਪੱਥਰ ਦੀ ਰੋਟੀ ਚੱਬ ਨਹੀਂ ਹੁੰਦੀ, ਉਹਦੇ 'ਚ ਕੋਈ ਸਵਾਦ ਨਹੀਂ ਹੁੰਦਾ। ਉਹ ਸ਼ੁਰੂ 'ਚ ਐਂ ਲੱਗਦਾ। ਜੇ ਕੋਈ ਖਾ ਲਵੇ, ਉਹਨੂੰ ਐਡਜਸਟ ਕਰ ਲਵੇ, ਉਹਨੂੰ ਡਾਈਜੈਸਟ ਕਰ ਲਵੇ, ਤਾਂ ਉਹ ਫਿਰ ਅੱਗੇ ਕਨੈਕਸ਼ਨ ਜੁੜ ਜਾਂਦਾ। ਪਰ ਅਸੀਂ ਜਦੋਂ ਰੁੱਖੀ ਸ਼ਬਦ ਦਾ ਅਰਥਾਏ ਹੈ, ਉਹਦੇ ਨਾਲ ਇੱਕ ਸ਼ਬਦ ਆਉਂਦਾ ਸੁਖੀ। ਹੁਣ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਸੁਖੀ ਹੈ ਕਿ ਸੁਖੀ ਹੈ। ਦੋਹਾਂ ਵਰਡਾਂ 'ਚ ਫਰਕ ਹੈ। ਜਿਹੜਾ ਆਹ ਸ਼ਬਦ ਆਪਾਂ ਇੱਥੇ ਵਰਤਦੇ ਹਾਂ ਸੁਖੀ, ਇਹ ਸੁਖੀ ਦੀ ਸੈਂਸ ਆਇਆ ਹੋਇਆ। ਜਿਵੇਂ ਆਪਾਂ ਇਹਨੂੰ ਅੱਗੇ ਵਿਸਤਾਰ ਕਰਾਂਗੇ। ਰੁੱਖੀ ਸੁਖੀ ਖਾਇਕ ਹੈ। ਰੁੱਖੀ ਜਿਹੜੀ ਹੈ ਉੱਪਰ ਲਿਖੀ ਹੈ, ਰੁੱਖੀ ਰੋਟੀ ਜਿਹੜਾ ਖਾਇਕ ਹੈ, ਸੁਖੀ ਮਹਿਸੂਸ ਕਰਦਾ ਹੈ ਆਪਣੇ ਆਪ ਨੂੰ, ਜਿਹਦੇ ਅੰਦਰ ਮਨ ਔਰ ਚਿੱਤ ਦੀ ਏਕਤਾ ਵੱਧਦੀ ਹੈ। ਉਹ ਜਿਹੜਾ ਠੰਡਾ ਪਾਣੀ ਹੈ ਉਹ ਤਾਂ ਸਾਡੇ ਮੂਲ ਕੋਲ ਹੈ। ਅਸੀਂ ਸੋਚਦੇ ਹਾਂ ਬਾਹਰ ਰੋਟੀ ਖਾ ਲਓ ਫਿਰ ਠੰਡਾ ਪਾਣੀ ਪੀ ਲਓ। ਉਹਨਾਂ ਜੇ ਨਾ ਬਰਫ਼ ਹੋਵੇ ਫਿਰ ਕੀ ਕਰਾਂਗੇ? ਫਿਰ ਸਾਡਾ ਕੰਮ ਨਹੀਂ, ਫਿਰ ਗਰਮ ਪਾਣੀ ਨਹੀਂ ਪੀਣਾ ਪਊਗਾ ਸਾਨੂੰ। ਠੰਡਾ ਪਾਣੀ ਹੈ ਕੀ? ਉਹ ਠੰਡਾ ਪਾਣੀ ਸਾਡੇ ਅੰਦਰ ਹੈ। ਉਹ ਰਾਮਉਦਕ ਕਿਹਾ ਜਾਂਦਾ ਉਹਨੂੰ। ਪਹਿਲਾਂ ਗੁਰਬਾਣੀ ਨੂੰ ਮੰਨਣਾ ਪੈਂਦਾ। ਜੇ ਮੰਨ ਲਿਆ ਫਿਰ ਠੰਡਾ ਪਾਣੀ ਪ੍ਰਾਪਤ ਹੁੰਦਾ ਹੈ। ਕਬੀਰ ਸਾਧੂ ਕੀ ਸੰਗਤ ਰਹੋ, ਇਹ ਬਾਹਰਲੇ ਸਰੀਰ ਦੀ ਗੱਲ ਕੀਤੀ ਹੈ ਵੀ ਸਾਧੂ ਦੀ ਮੈਂ ਆਪਣੇ ਮੂਲ ਦੀ ਸੰਗਤ ਨਹੀਂ ਛੱਡੂੰਗਾ। ਰਹੋ ਮੈਂ ਰਹਾਂ ਆਪਣੇ ਮੂਲ ਦੀ, ਜੌਂ ਕੀ ਭੂਸੀ ਖਾਓ। ਬਾਹਰਲੇ ਸਰੀਰ ਨੂੰ ਤਾਂ ਤੁਸੀਂ ਜੌਂ ਦੀ ਭੂਸੀ ਖਵਾ ਲਓ, ਇਹ ਤਾਂ ਵੀ ਜਿਉਂਦਾ ਰਹਿ ਸਕਦਾ। ਸਾਡੀ ਸਾਰੀ ਪ੍ਰਕਿਰਿਆ 5 ਕੋਰਸ 6 ਕੋਰਸ 7 ਕੋਰਸ ਮੀਲ, ਅਸੀਂ ਤਾਂ ਪਸ਼ੂ ਬਣਾਤੇ, ਸਿੱਖ ਨਹੀਂ ਛੱਡੇ। ਉਹ ਸਿਰਫ ਖਾਣ ਲਈ ਉੱਥੇ ਜਾਂਦੇ ਆ। ਉਹ ਕਹਿੰਦੇ ਆ ਇਹ ਗੱਲ ਠੀਕ ਨਹੀਂ ਹੈ, ਤੁਸੀਂ ਜੌਂ ਕੀ ਭੂਸੀ ਖਾ ਕੇ ਵੀ ਬਚ ਸਕਦੇ ਹੋ, ਪਰ ਸਾਕਤ ਦਾ ਸੰਗ ਨਹੀਂ ਕਰਨਾ ਚਾਹੀਦਾ। ਅਸੀਂ ਸਾਕਤ ਦਾ ਸੰਗ ਮਨਜ਼ੂਰ ਕੀਤਾ ਹੋਇਆ, ਤਾਂ ਹੀ ਜੌਂ ਕੀ ਭੂਸੀ ਨਹੀਂ ਅਸੀਂ ਖਾ ਸਕਦੇ। ਸਭ ਤੋਂ ਸਸਤਾ ਅਨਾਜ ਦੁਨੀਆ ਵਿੱਚ ਜੌਂ ਮੰਨਿਆ ਜਾਂਦਾ। ਔਰ ਉਹ ਕਹਿੰਦੇ ਜੌਂ ਦਾ ਵੀ ਜਿਹੜਾ ਛਾਣਾ ਮੈਂ ਉਹ ਖਾ ਲੂੰਗਾ, ਮੈਂ ਕਬੂਲ ਕਰ ਲੂੰ ਕਿ ਉਹਦੇ ਨਾਲ ਮੈਨੂੰ ਇਨਫ ਐਨਰਜੀ ਮਿਲ ਜੂ, ਪਰ ਸਾਧੂ ਦੀ ਸੰਗਤ ਨਹੀਂ ਛੱਡੂ। ਕਿੱਥੇ ਭਗਤ ਖੜੇ ਆ, ਕਿੱਥੇ ਸਾਡੀ ਵਿਚਾਰਧਾਰਾ। ਅਸੀਂ ਉਹਨਾਂ ਦੇ ਨਾਂ ਥੱਲੇ ਹੀ ਉਹਨੂੰ ਲੰਗਰ ਕਹਿ ਕੇ, ਲੰਗਰ ਦਾ ਮਤਲਬ ਤਾਂ ਹੁੰਦਾ ਹੈਗਾ ਆਤਮਿਕ ਭੋਜਨ, ਜਿਹਦੇ ਨਾਲ
ਖੁਸ਼ੀ ਪ੍ਰਾਪਤ ਹੋਵੇ ਮਨ ਨੂੰ, ਜਿਹਦੇ ਨਾਲ ਸਰੀਰ ਨੂੰ ਤ੍ਰਿਪਤੀ ਹੋਵੇ, ਉਹ ਨਹੀਂ ਹੈ। ਉਹ ਤਾਂ ਭੋਜਨ ਨਹੀਂ ਹੈ, ਉਹਦਾ ਤਾਂ ਦੂਏ ਦਿਨ ਵਿਸ਼ਟਾ ਵੀ ਬਣਨੀ ਹੈ। ਫਿਰ ਉਹਦਾ ਕੀ ਕਹਾਂਗੇ ਵੀ ਉਹ ਲੰਗਰ ਹੈ ਜਿਹੜੀ ਵਿਸ਼ਟਾ ਬਣ ਗਈ। ਇਹਦੇ ਬਾਰੇ ਸਾਨੂੰ ਖਿਆਲ ਰੱਖਣਾ ਚਾਹੀਦਾ। ਕੰਚਨ ਕੇ ਕੋਟ ਦੱਤ ਕਰੀ, ਜੇ ਕੋਈ ਦਾਨ ਕਰੇ, ਗੁਰੂ ਨਾਨਕ ਜੀ ਨੇ ਬੜੀ ਹੀ ਇਮੈਜੀਨੇਸ਼ਨ ਵਾਲੀ ਗੱਲ ਲਿਖੀ ਹੈ ਵੀ ਕੋਈ ਕੰਚਨ ਮਤਲਬ ਸੋਨੇ ਦਾ ਬਣਿਆ ਹੋਇਆ ਮਹਿਲੇ ਦੇ ਦੇਵੇ ਕਿਸੇ ਨੂੰ, ਬਹੁਤ ਹੈਵਰ ਗੈਵਰ ਦਾਨ। ਔਰ ਘੋੜੇ ਹਾਥੀ ਇਹ ਮੰਨੇ ਜਾਂਦੇ ਸੀ, ਅੱਜ ਕੱਲ੍ਹ ਵੀ ਸਵਾਰੀਆਂ ਔਰ ਇਹ ਚੀਜ਼ਾਂ ਦੀ ਬੜੀ ਕੀਮਤ ਹੈ। ਭੂਮਦਾਨ ਗਊਆ ਕਨੀ, ਇਹ ਉਹਨਾਂ ਦਿਨਾਂ ਇਹ ਸਿਮਰਤ ਸ਼ਾਸਤਰ ਵਾਲੇ ਇਹੀ ਕਰਦੇ ਸੀ। ਭੀ ਅੰਤਰ ਗਰਭ ਗੁਮਾ, ਇਹਨਾਂ ਦੇ ਨਾਲ ਤੇਰੇ ਅੰਦਰ ਗਰਭ ਗੁਮਾ ਨੇ ਰਹਿਣਾ। ਕੀ ਹੈਗਾ ਲੈਣਾ ਕੀ ਸੀ? ਰਾਮ ਨਾਮ ਮਨ ਭੇਦਿਆ, ਰਾਮ ਨਾਮ ਦੇ ਥਰੂ ਮਨ ਨੂੰ ਆਪਣੇ ਨੂੰ ਸ਼ਾਂਤ ਕਰਨਾ ਸੀ। ਇਹ ਦਾਨ ਮਿਲਿਆ ਹੈਗਾ ਸਾਨੂੰ। ਇਹ ਹੈਗੀ ਦਇਆ ਜਾਣੇ ਜੀ ਕੀ। ਕਿਸੇ ਨੂੰ ਰੋਟੀ ਖਵਾਉਣ ਨੂੰ ਅਸੀਂ ਦਾਨ ਨਹੀਂ ਮੰਨਿਆ ਹੋਇਆ, ਅਸੀਂ ਮੰਨਿਆ ਦਾਨ ਗੁਰ ਦੀਆ ਸੱਚ ਦਾਨ। ਉਹ ਦਾਨ ਜਿਹੜਾ ਪਹਿਲਾਂ ਸਾਡੇ ਮਨ ਨੂੰ ਚੁੱਪ ਕਰਾਵੇ, ਮਨ ਨੂੰ ਮਾਰੇ, ਉਸ ਤੋਂ ਬਾਅਦ ਪਰਮੇਸ਼ਰ ਉਹਨੂੰ ਫਿਰ ਸੱਚ ਦਾ ਦਾਨ ਦਿੰਦਾ। ਪਰ ਉਹਦੇ ਲਈ ਰਾਮ ਨਾਮ ਚਾਹੀਦਾ। ਜੇ ਸਾਡੇ ਕੋਲ ਰਾਮ ਨਾਮ ਨਹੀਂ, ਰਾਮ ਨਾਮ ਤਾਂ ਹੈ ਪਰ ਅਸੀਂ ਉਹਨੂੰ ਰਾਮ ਸ਼ਬਦ ਨੂੰ ਹੀ ਹੇਟ ਕਰਦੇ ਹਾਂ, ਵੇਦ ਸ਼ਬਦ ਨੂੰ ਹੇਟ ਕਰਦੇ ਹਾਂ, ਪਰਮਾਤਮਾ ਸ਼ਬਦ ਨੂੰ ਅਸੀਂ ਹੇਟ ਨਹੀਂ ਕਰਦੇ। ਕਿਉਂਕਿ ਸਾਡਾ ਜਿਹੜਾ ਸਟੈਂਡਰਡ ਹੈਗਾ ਉਹ ਬਹੁਤ ਅਜੇ ਨੀਵੇਂ ਪੱਧਰ 'ਤੇ, ਉਹਨੂੰ ਸਾਨੂੰ ਉੱਪਰ ਚੱਕਣਾ ਪਊ। ਆ ਰੁੱਖੀ ਅਤੇ ਸੁੱਖੀ ਜਿਹਨੂੰ ਅਸੀਂ ਮੰਨਿਆ ਹੋਇਆ, ਉਹ ਰੁੱਖੀ ਹੈ ਅਤੇ ਸੁਖੀ ਹੈ। ਰੁੱਖੀ ਖੁਸ਼ਕ ਹੁੰਦੀ, ਡਰਾਈ ਹੁੰਦੀ ਹੈ। ਜਿਹੜੀ ਸੁਖੀ ਜਿਹਨੂੰ ਅਸੀਂ ਸੁੱਕੀ ਕਹਿੰਦੇ ਹਾਂ, ਉਹ ਅਸਲ 'ਚ ਸੁੱਖ ਵਾਲੀ ਚੀਜ਼ ਹੈ। ਸੁੱਕੀ ਅਸੀਂ ਗਲਤ ਪੜ੍ਹਦੇ ਹਾਂ ਉਹਨੂੰ ਰੁੱਖੀ ਨਾਲ, ਕਿਉਂਕਿ ਅਸੀਂ ਪੰਜਾਬੀ 'ਚ ਰੁੱਕੀ ਸੁੱਕੀ ਕਹੀ ਜਾਂਦੇ ਹਾਂ। ਅਸੀਂ ਸੋਚਦੇ ਹਾਂ ਗੁਰਬਾਣੀ ਵੀ ਉਸੇ ਕਿਤੇ ਥਰਡ ਲੈਂਗੁਏਜ 'ਤੇ ਲਿਖੀ ਹੋਈ ਹੈ। ਗੁਰਬਾਣੀ ਦਾ ਪੱਧਰ ਆਪਾਂ ਨੂੰ ਸਮਝਣਾ ਚਾਹੀਦਾ। ਆਪਾਂ ਇਹਦੀ ਵਿਸਤਾਰ ਕਰ ਲੈਂਦੇ ਹਾਂ। ਇੱਕ ਵਾਰ ਸ਼ਾਰਟ ਕਿਵ ਕਰ ਆਖਾਂ ਕਿਵ ਸਲਾਹੀਂ। ਗੁਰੂ ਨਾਨਕ ਜੀ ਕਹਿੰਦੇ ਮੈਂ ਇਸ ਚੱਕਰ 'ਚ ਨਹੀਂ ਪੈਣਾ ਵੀ ਕਿਵੇਂ ਧਰਤੀ ਬਣੀ ਸੀ, ਜਿਵੇਂ ਪਰਮੇਸ਼ਰ ਦੱਸੂਗਾ ਉਵੇਂ ਆਪਾਂ ਲਿਖ ਦਾਂਗੇ। ਕਿਉਂ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖਿਆ। ਉਹ ਕਹਿੰਦੇ ਮੈਂ ਦੇਖ ਲਿਆ, ਬੜੀ ਸਿਆਣਪ ਝਾੜੀ ਹੋਈ ਆਪਣੀ ਜਾਨ 'ਚ, ਪਰ ਉਹ ਮੁਕਤੀ ਦਾ ਸਾਧਨ ਨਹੀਂ ਬਣ ਸਕੀ। ਵੱਡਾ ਸਾਹਿਬ ਵੱਡੀ ਨਾਈ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਪਰਮੇਸ਼ਰ ਹੈ, ਸ਼ਬਦ ਹੈ, ਕੀਤਾ ਜਾਕਾ ਹੋਵੇ। ਪਰ ਸ਼ਬਦ ਜਿਹੜਾ ਜੋਤਾਂ ਦਾ ਸਮੂਹ ਹੁੰਦਾ। ਜੋਤ ਜਿਹੜੀ ਹੈ ਸਾਡੀ ਉਹ ਜੂਨੀ ਅਜੂਨੀ ਹੁੰਦੀ ਹੈ, ਸ਼ਬਦ ਗੁਪਤ ਪ੍ਰਗਟ ਹੁੰਦਾ ਹੈ। ਨਾਨਕ ਜੇ ਕੋ ਆਪੋ ਜਾਣੇ, ਜਿਹੜਿਆਂ ਨੇ ਦੱਸਿਆ ਹੋਇਆ ਜਿੰਨੀਆਂ ਕਹਾਣੀਆਂ ਗੁਰਬਾਣੀ ਤੋਂ ਪਹਿਲਾਂ ਮੱਤਾਂ, ਉਹ ਸਭ ਕਹਾਣੀਆਂ ਹੀ ਨੇ। ਅਸੀਂ ਵੀ ਬਾਅਦ 'ਚ ਬਹੁਤ ਕਹਾਣੀਆਂ ਲਿਖੀਆਂ, ਕੋਈ ਅਸੀਂ ਗੁਰੂ ਨਾਨਕ ਸਾਖੀ ਕਹਿਤਾ, ਕੋਈ ਕੁਛ ਕਹਿਤਾ, ਉਹ ਕਿਸੇ ਨੇ ਸਾਡੇ ਕੰਮ ਨਹੀਂ ਆਉਣਾ। ਸਾਡੇ ਕੰਮ ਜਾਂ ਤਾਂ ਆਦਿ ਬਾਣੀ ਆਏਗੀ, ਜਾਂ ਇਹਦੇ 'ਚੋਂ ਜੇ ਡਿਟੇਲ ਤੁਸੀਂ ਜ਼ਿਆਦਾ ਲੈਣੀ ਹੈ ਫਿਰ ਦਸਮ ਦੀ ਬਾਣੀ ਹੈ। ਇਹਦਾ ਟੀਕਾ ਉੱਥੇ ਹੋਇਆ। ਜਿਹੜੇ ਸ਼ਬਦ ਇੱਥੇ ਦੁਰਗਾ ਸ਼ਬਦ ਇੱਕ ਵਾਰ ਆਉਂਦਾ, ਉਹਦਾ ਵਿਸਤਾਰ ਉੱਥੇ ਹੈਗਾ। ਹੋਰ ਜਿੰਨੇ ਸ਼ਬਦ ਆਏ ਆ, ਕੁਮੇਰ ਹੈ, ਉਹ ਸਭ ਵਿਸਤਾਰ ਉੱਥੇ ਹੋ ਰਿਹਾ। ਜਿਹਨੂੰ ਭਗਤਾਂ ਨੇ ਕਿਹਾ ਪਾਂਡੇ ਤੁਮਰਾ ਰਾਮਚੰਦ, ਉਹ ਰਾਮਚੰਦ ਉੱਥੇ ਹੋਇਆ। ਰਾਮਚੰਦ ਦੀ ਗੱਲ ਹੈ, ਉੱਥੇ ਕੋਈ ਰਾਮਾਇਣ ਨਹੀਂ ਲਿਖੀ ਹੋਈ। ਉੱਥੇ ਰਾਮਚੰਦ ਦਾ ਕੀ ਇੱਥੇ ਆ ਕੇ ਜਾਤ ਵਿੱਚ ਕੀ ਕਿਰਦਾਰ ਰਿਹਾ, ਉੱਥੇ ਜਾਤ ਦੀ ਗੱਲ ਜ਼ਿਆਦਾ, ਇੱਥੇ ਜੋਤ ਦੀ ਹੈ। ਪਰ ਕਿਉਂਕਿ ਜੋਤ ਦੇ ਨਾਲ ਜਾਤ ਦੀਆਂ ਕਹਾਣੀਆਂ ਬਹੁਤ ਜ਼ਿਆਦਾ ਮਸ਼ਹੂਰ ਹੈ, ਉਹ ਕਨਫਿਊਜ਼ਨ ਨਾ ਰਹੇ, ਉਹ ਸੱਚ ਨੂੰ ਪ੍ਰਗਟ ਕਰਨ ਲਈ ਉਹ ਜ਼ਰੂਰੀ ਹੈ। ਉਹਨੂੰ ਉਸ ਐਂਗਲ ਤੋਂ ਸਾਨੂੰ ਪੜ੍ਹਨਾ ਪਏਗਾ। ਜੇ ਅਸੀਂ ਸੋਚਦੇ ਹਾਂ ਵੀ ਉਹ ਜੀ ਪੜ੍ਹ ਕੇ ਅਸੀਂ ਮੁਕਤ ਹੋ ਜਾਵਾਂਗੇ, ਉਹ ਇਹ ਤੋਂ ਅੱਗੇ ਜੋ ਵਿਸਤਾਰ ਦੀ ਜਿਹਨੂੰ ਲੋੜ ਹੈ ਉਹ ਪੜ੍ਹੇ। ਨਾਨਕ ਜੇ ਕੋ ਆਪੋ ਜਾਣਾ, ਉੱਥੇ ਕੁਛ ਵੀ ਆਪੋ ਜਾਣਾ ਨੇ ਲਿਖਿਆ, ਜੋ ਲਿਖਿਆ ਹੋਇਆ ਉਹ ਦੱਸਿਆ ਹੋਇਆ। ਗੁਰਮਤਿ ਨੇ ਨਹੀਂ ਮੰਨਿਆ ਵੀ ਸਾਨੂੰ ਕੁਛ ਹੋਰ ਪਤਾ। ਹਾਂ, ਜੋ ਉਹਨਾਂ ਨੇ ਮੰਨਿਆ ਉਹ ਵਿਸਤਾਰ ਜ਼ਰੂਰੀ ਸੀ। ਅੱਗੇ ਗਿਆਨ ਸੋ ਹੈ, ਉਹ ਅੱਗੇ ਕਹਿਣ ਦਾ ਭਾਵ ਮੁਕਤੀ ਨਹੀਂ ਹੈ। ਇੱਥੇ ਆਪਾਂ ਸਮਾਪਤੀ ਕਰਾਂਗੇ ਵੀ ਜਿਹੜੇ ਇੱਕ ਦੂ ਇੱਕ ਸਿਆਣਾ ਹੈ, ਉਹ ਕਿਸੇ ਨੇ ਕੋਟੇਸ਼ਨ ਭੇਜਿਆ ਕਿ ਬ੍ਰਿਜ ਐਂਡ ਵਾਲ ਆਰ ਮੇਡ ਵਿਦ ਦ ਸੇਮ ਮਟੀਰੀਅਲ ਬਟ ਦ ਬ੍ਰਿਜ ਜੁਆਇਨਸ। ਜਿਹੜੀ ਗੁਰਮਤ ਹੈ ਉਹ ਮਨ ਔਰ ਚਿੱਤ ਨੂੰ ਇਕੱਠਾ ਕਰਦੀ ਹੈ। ਦ ਪੀਪਲ ਐਂਡ ਦ ਵਾਲ ਡਿਵਾਈਡਸ। ਜਿਹੜੇ ਹੋਰ ਜੇ ਲਿਖੇ ਹੋਏ ਹੈ ਹਿਸਟੋਰੀਕਲੀ ਜਾਂ ਕਿਸੇ ਹੋਰ ਮੱਤਾਂ ਨੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨਾਲ ਡਿਵੀਜ਼ਨ ਹੀ ਪਈ ਹੈ। ਏਕਤਾ ਜਿਹੜੀ ਆ ਉਹ ਵੇਦ ਨੇ ਕਰਾਈ ਹੈ। ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।